Yeah. ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਜੌਨੀ ਗੰਸ ਤੇ ਲਾਈਵ ਹੋ ਚੁੱਕਾ ਹੈ ਮੈਨੂੰ ਵੀ ਨਹੀਂ ਪਤਾ ਸੀਗਾ ਔਰ ਸਾਹਿਬ ਕਦੋਂ ਲਾਈਵ ਕਰਦੇ ਨੇ ਕਿਹਨੂੰ ਪਤਾ ਲੱਗਦਾ ਸੋ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜਸਵਿੰਦਰ ਬਾਜਵਾ ਜੀ ਦਾ ਅੱਜ ਦੇ ਇਸ ਖਾਸ ਲਾਈਵ ਦੇ ਵਿੱਚ ਥੈਂਕ ਯੂ ਸੋ ਮਚ ਜੀ ਥੈਂਕ ਯੂ ਸੋ ਮਚ ਜੌਨੀ ਸੋ ਜਿਹੜੇ ਦੋਸਤ ਸਾਨੂੰ ਪਹਿਲੀ ਵਾਰੀ ਦੇਖ ਰਹੇ ਨੇ ਆਮ ਸ਼ੋਰ ਬਹੁਤ ਸਾਰੇ ਨਵੇਂ ਸਬਸਕ੍ਰਾਈਬ ਬਹੁਤ ਇੰਪੋਰਟੈਂਟ ਆ ਸਾਨੂੰ ਇਹ ਦੱਸਣਾ ਕਿ ਜਸਵਿੰਦਰ ਬਾਜਵਾ ਜੀ IRCC ਸਰਟੀਫਾਈਡ ਇਮੀਗ੍ਰੇਸ਼ਨ ਕੰਸਲਟੈਂਟ ਨੇ ਤੇ ਕਾਫੀ ਟਾਈਮ ਤੋਂ ਕਮਿਊਨਿਟੀ ਨੂੰ ਸਰਵ ਕਰ ਰਹੇ ਨੇ ਕੰਸਿਸਟੈਂਟਲੀ ਇੰਟਰਨੈਸ਼ਨਲ ਸਟੂਡੈਂਟਸ ਜਾਂ ਫਿਰ ਕਿਸੇ ਵੀ ਤਰ੍ਹਾਂ ਦੇ ਦੇ ਇਸ਼ੂਜ਼ ਮੈਂ ਪਰਸਨਲੀ ਇਹੋ ਜਿਹੇ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਜਿਨ੍ਹਾਂ ਦੇ ਕੇਸਿਸ ਸਟਕ ਹੁੰਦੇ ਨੇ ਜਾਂ ਕਿਤੇ ਨਾ ਕਿਤੇ ਉਹਨਾਂ ਨੇ ਕੁਝ ਮਿਸਟੇਕਸ ਕਰ ਲਈਆਂ ਹੁੰਦੀਆਂ ਨੇ ਤੇ ਉਹਨਾਂ ਨੂੰ ਲੱਗਦਾ ਹੁੰਦਾ ਕਿ ਕੋਈ ਰਾਸਤਾ ਨਹੀਂ ਲੱਭ ਰਿਹਾ ਸੋ ਸ਼ੀ ਹੈਜ਼ ਬੀਨ helping people genuinely in those cases as well so not only ਇੱਕ ਤਾਂ ਕੁਝ ਲੋਕ ਹੁੰਦੇ ਨੇ ਜਿਨ੍ਹਾਂ ਨੇ ਯਾਰ ਸਰਟੀਫਿਕੇਸ਼ਨਸ ਲਈਆਂ ਹੁੰਦੀਆਂ ਜਾਂ ਸਿੱਖਿਆ ਹੁੰਦਾ ਆ ਬਸ ਆਪਣੇ they are very confined to ਉਹਨਾਂ ਨੇ ਕਿੰਨੀ ਹੈਲਪ ਕਰਨੀ ਪਰ ਜਸਵਿੰਦਰ ਜੀ ਇੱਕ ਇਹੋ ਜਿਹੇ ਪ੍ਰੋਫੈਸ਼ਨਲ ਨੇ ਜਿਨ੍ਹਾਂ ਨੂੰ ਮੈਂ ਪਰਸਨਲੀ ਜਿਵੇਂ ਮੈਂ ਦੱਸਿਆ ਜਾਣਦਾ ਕਿ ਜਿਨ੍ਹਾਂ ਨੇ ਨਾ ਆਊਟ ਆਫ ਵੇ ਜਾ ਕੇ ਵੀ ਬਹੁਤ ਸਾਰੇ ਲੋਕਾਂ ਨੂੰ ਸਪੋਰਟ ਕੀਤਾ that is the reason why she's one of our favorite ਅਸੀਂ ਬਹੁਤ ਵਾਰੀ ਨਾ ਲਾਈਵ ਸਟ੍ਰੀਮ ਕੀਤਾ ਹੈ YouTube ਚੈਨਲ ਤੇ ਬਹੁਤ ਸਾਰੀ ਇਨਫੋਰਮੇਸ਼ਨ ਜਦੋਂ ਵੀ ਅਸੀਂ ਕੁਝ ਚੈੱਕ ਕਰਨਾ ਹੁੰਦਾ ਜਾਂ ਕਨਫਰਮ ਕਰਨਾ ਹੁੰਦਾ ਸ਼ੀ ਇਜ਼ ਦਾ ਫਰਸਟ ਪਰਸਨ ਦੈਟ ਵੀ ਕਾਲ ਸੋ ਥੈਂਕ ਯੂ ਸੋ ਮਚ ਐਂਡ ਵੈਲਕਮ ਟੂ ਦਿਸ ਸ਼ੋ ਮੋਸਟ ਵੈਲਕਮ ਜੀ ਸੋ ਜਸਵਿੰਦਰ ਜੀ ਆਪਾਂ ਲਾਈਵ ਆਮ ਸ਼ੋਰ ਨਾਲ ਫੇਸਬੁੱਕ ਤੇ ਵੀ ਅੱਜ ਦੀ ਲਾਈਵ ਚ ਹੋਵਾਂਗੇ ਤੇ ਕੁਝ ਆਈ ਥਿੰਕ ਯੂ ਹੈਵ ਸਟਾਰਟਡ ਔਨ YouTube ਬਿਫੋਰ ਐਂਡ ਹਾਂਜੀ ਤੇ ਫੇਸਬੁੱਕ ਵੀ ਜਲਦੀ ਹਾਂਜੀ ਲਾਈਕ ਵੀ ਹੈਵ ਟੂ ਵੇਟ ਫॉर ਕੋਈ ਗੱਲ ਨਹੀਂ ਥੋੜੀ ਦੇਰ ਚ ਤੁਸੀਂ ਜਸਵਿੰਦਰ ਬਾਜਵਾ ਜੀ ਉਹਨਾਂ ਦੇ ਪੇਜ ਦੇ ਉੱਤੇ ਕੈਨਵਲ ਵੀਜ਼ਾ ਦੇ ਪੇਜ ਤੇ ਲਾਈਵ ਵੀ ਫੇਸਬੁੱਕ ਤੇ ਵੀ ਦੇਖ ਸਕਦੇ ਹੋ ਪਰ ਜਿਹੜੇ YouTube ਵਾਲੇ ਸੱਜਣ ਮਿੱਤਰ ਨੇ ਉਹਨਾਂ ਦੇ ਆਪਾਂ ਕੁਐਸਚਨਸ ਲਵਾਂਗੇ ਸਭ ਤੋਂ ਪਹਿਲਾਂ ਇਹ ਮੈਂ ਜ਼ਰੂਰ ਪੁੱਛਣਾ ਚਾਹਨਾ ਕਿ ਬਹੁਤ ਸਾਰੇ ਸਟੂਡੈਂਟਸ ਨੂੰ ਸੈਪਟੈਂਬਰ ਨੂੰ ਲੈ ਕੇ ਕਾਫੀ ਸਾਰੇ ਕੁਐਸਚਨਸ ਨੇ ਕਿ ਸੈਪਟੈਂਬਰ ਕਿੱਦਾਂ ਦਾ ਹੋਵੇਗਾ ਕੀ ਆਉਣਾ ਚਾਹੀਦਾ ਆ ਨਹੀਂ ਆਉਣਾ ਚਾਹੀਦਾ ਆਈ ਥਿੰਕ ਇਟਸ ਅ ਬਿਗ ਕੁਐਸਚਨ ਸੋ ਸਭ ਤੋਂ ਪਹਿਲਾਂ ਉਸ ਤੇ ਗੱਲ ਕਰਦੇ ਹਾਂ So, Johnny, September intake सारे ना पता है कि हाली nothing is clear. हाँ जी. Canada government, Canadian colleges, university, they are taking the students admissions there and on the basis of different English exams. जी जी. But जेड़ा physically students इत्थे आ सकणगे या नहीं आ सकणगे that will depend. Right now तो Canada ने क्या है कि any student who is already approved they can enter. बिल्कुल. Okay, if they have a entry letter, letter, they can enter. Yeah. ਬਟ ਇਹ ਹੁਣ ਸਟੂਡੈਂਟਸ ਤੇ ਸਰਕਮਸਟੈਂਸਸ ਤੇ ਡਿਪੈਂਡ ਕਰਦਾ ਕਿਉਂਕਿ ਕੋਈ ਸਟੂਡੈਂਟ ਇਹ ਸੋਚਣੀ ਕਿ ਸੈਪਟੈਂਬਰ ਇਨਟੇਕ ਲਾਈਕ ਇਨਸਿਕਿਉਰ ਹੈ ਹਨਾ ਸ਼ੋਰਟੀ ਨਹੀਂ ਹੈਗੀ ਸੋ ਦੇ ਵੇਟ ਫॉर ਜਨਵਰੀ ਇਨਟੇਕ ਬਿਲਕੁਲ ਅੰਡਰਸਟੈਂਡ ਸੋ ਇਟ ਟੋਟਲੀ ਡਿਪੈਂਡਸ ਬਟ ਇਹ ਵੀ ਹੈ ਨਾ ਕਿ ਯਾਰ ਜਿੱਦਾਂ ਹੁਣ ਪੋਸਟ ਗ੍ਰੈਜੂਏਟ ਵਰਕ ਪਰਮਿਟ ਦਾ ਜਿਹੜਾ ਲਾਸਟ ਅਪਡੇਟ ਸੀਗਾ ਉਹ ਇਹ ਸੀਗਾ ਜਸਵਿੰਦਰ ਜੀ ਕਿ ਜਿਹੜੇ 31st ਤੱਕ ਆਣਗੇ ਉਹਨਾਂ ਨੂੰ ਹੀ ਉਸ ਚੀਜ਼ ਲਈ ਉਹ ਉਦੋਂ ਤੱਕ ਹੀ ਆਨਰ ਹੋਏਗਾ ਜਦ ਤੱਕ 31st of December ਤੱਕ ਜੋ ਐਂਟਰ ਕਰ ਜਾਂਦੇ ਨੇ ਕੈਨੇਡਾ ਜਿਹੜਾ 50% ਆਨਲਾਈਨ ਵੀ ਪੜ੍ਹਾਈ ਕਰ ਸਕਦੇ ਨੇ ਰਾਈਟ ਸੋ ਦੂਜੀ ਗੱਲ ਇਹ ਕਿ ਜਿਹੜੇ ਅਪਰੂਵਡ ਨੇ ਹੁਣ ਮੇਰੇ ਖਿਆਲ ਨਾਲ ਜਦ ਤੱਕ ਇੰਡੀਆ ਤੋਂ ਫਲਾਈਟਾਂ ਨਹੀਂ ਚੱਲਦੀਆਂ ਉਦੋਂ ਤੱਕ ਆਪਾਂ ਵੀ ਕੁਝ ਨਹੀਂ ਕਰ ਸਕਦੇ ਕਿਉਂਕਿ ਬਹੁਤ ਸਾਰੇ ਕੁਐਸਚਨਸ ਆਉਂਦੇ ਨੇ ਕਿ ਯਾਰ ਕਿ ਸਾਡਾ ਵੀਜ਼ਾ ਆਇਆ ਹੋਇਆ ਆ ਤੇ ਵਿੱਚ ਟੈਸਟ ਦੀ ਗੱਲ ਕੀ ਡੂਓਲਿੰਗੋ ਨੂੰ ਲੈ ਕੇ ਵੀ ਬਹੁਤ ਕਿਉਂਕਿ ਮਿਸ ਇਨਫੋਰਮੇਸ਼ਨ ਵੀ ਬਹੁਤ ਆ ਪਿੱਛੇ ਜਿਹੜੀ ਕੈਨੇਡਾ ਦੀ ਅਫੀਸ਼ੀਅਲ ਵੈਬਸਾਈਟ ਆ ਉਹ ਤਾਂ canada.ca ਹੈ ਕਿਸੇ ਨੇ ਕਿਹਾ ਕਿ ਡੂਓਲਿੰਗੋ CIC ਨਿਊਜ਼ ਦੇ ਵਿੱਚ ਇੱਕ ਆਰਟੀਕਲ ਸੀਗਾ ਨਿਊਜ਼ ਦੈਟਸ ਨਾਟ ਗਵਰਨਮੈਂਟ ਵੈਬਸਾਈਟ ਇਵਨ ਤੇ ਉਹਦੇ ਤੇ ਆਰਟੀਕਲ ਸੀ ਉਹਦੇ ਤੋਂ ਕਿ ਯਾਰ ਇਟਸ ਐਕਸੈਪਟੇਬਲ ਲਾਈਕ ਬਾਈ ਕੈਨੇਡਾ ਇਮੀਗ੍ਰੇਸ਼ਨ ਕਿ ਕੈਨੇਡਾ ਇਮੀਗ੍ਰੇਸ਼ਨ ਇਹਨੇ ਕੋਈ ਇਹੋ ਜਿਹੀ ਅਫੀਸ਼ੀਅਲ ਕਨਫਰਮੇਸ਼ਨ ਦਿੱਤੀ ਕਿ ਡੂਓਲਿੰਗੋ ਆਲਰੇਡੀ ਐਕਸੈਪਟੇਬਲ ਆ ਜਾਂ No, there is no any official confirmation about Duolingo exam. हाँ, for the time COVID ਦੀ ਵਜ੍ਹਾ ਦਾ ਕਰਕੇ ਇੰਨੀ announcements ਜ਼ਰੂਰ ਹੋਈਆਂ ਨੇ ਕਿ for example ਤੁਸੀਂ IELTS ਦਾ self-pip ਦਾ exam ਨਹੀਂ ਦੇ ਸਕਦੇ. You can submit your application with other online English language proofs, but it will not be in STS program. Those application will be considered in general stream. ਜੀ ਜੀ. So that will be the only difference. ਸੋ ਆਫੀਸ਼ੀਅਲੀ ਇਦਾਂ ਦਾ ਕੁਝ ਵੀ ਨਹੀਂ ਉਹ ਤਾਂ ਪਹਿਲਾਂ ਵੀ ਸੇਮ ਹੀ ਸੀਗਾ ਕਿ ਜੇ ਤੁਹਾਡੇ ਕੋਲ IELTS ਜਾਂ ਸੈਲਫ-ਪਿਪ ਨਹੀਂ ਹੈ ਤੁਸੀਂ PTE ਦਾ ਰਿਜ਼ਲਟ ਦਿੰਦੇ ਹੋ ਦੈਨ ਯੂ ਵਿਲ ਗੋ ਇਨ ਜਨਰਲ ਸਟਰੀਮ ਜੀ ਜੀ ਤੇ ਇਸੇ ਤਰ੍ਹਾਂ ਯਾਰ ਇੱਕ ਇਹ ਵੀ ਗੱਲ ਆ ਕਿ ਜਿੱਦਾਂ ਹੁਣ ਐਮਬੈਸੀ ਨੇ ਬਹੁਤ ਕਲੀਅਰਲੀ ਕਹਿ ਦਿੱਤਾ ਸੀਗਾ ਕਿ ਜਿਹੜੀਆਂ ਫਾਈਲਾਂ ਲੱਗਣੀਆਂ ਨੇ ਹੁਣ ਉਹ ਜਿਨ੍ਹਾਂ ਦੇ ਜਿੱਦਾਂ ਪਹਿਲਾਂ SGS ਤਾਂ ਆਨਲਾਈਨ ਹੀ ਲੱਗਦੀ ਸੀਗੀ ਜਿਨ੍ਹਾਂ ਦੀਆਂ ਨਾਨ SGS ਫਾਈਲਸ ਨੇ ਇੰਡੀਆ ਤੋਂ ਉਹ ਵੀ ਕੀ ਲਾ ਸਕਦੇ ਨੇ ਆਨਲਾਈਨ ਹੀ ਲਾ ਦੇਣ ਜਾਂ ਵਾਟ ਸ਼ੁੱਡ ਬੀ ਡਨ ਕਿਉਂਕਿ ਕਈਆਂ ਦੇ IELTS ਵੀ ਹੋਏ ਨੂੰ ਵੀ ਕਾਫੀ ਦੇਰ ਆ ਐਡਮਿਸ਼ਨਸ ਹੋਣ ਨੂੰ ਕਿੰਨਾ ਟਾਈਮ ਇਟਸ ਅ ਵੈਰੀ ਅਨਸਰਟਨ ਟਾਈਪ ਆਫ ਟਾਈਮ ਯਾ ਇਹ ਮੇਨ ਚੀਜ਼ ਉਹੀ ਡਿਪੈਂਡ ਕਰਦੀ ਹੈ ਨਾ ਕਿ ਸਰਕਮਸਟੈਂਸਸ ਦੇ ਉੱਤੇ ਲਾਈਕ ਕੁਛ ਇੱਕ ਦੇ ਹਾਲੇ ਰਿਜ਼ਲਟ ਪੈਂਡਿੰਗ ਨੇ
right? They are waiting ke saadi application da result aave, then they're gonna Decide कि proceed. कितना, हाँ जी। पर कुछ नहीं भी नहीं पता कि result is going to come positive or Positive or not. negative. Yeah. So it will totally depend. So ਅਸੀਂ ਇੱਥੇ 2 ਮਿੰਟ ਦਾ ਜਿਹੜਾ pause ਲੈ ਰਹੇ ਹਾਂ ਸਾਰਿਆਂ ਦੇ ਬਿਲਕੁਲ, ਕੋਲੋਂ. ਬਿਲਕੁਲ। So we will get back to you soon within 2 or 3 minutes. So ਬਣੇ ਰਹੋ ਸਾਡੇ ਬਿਲकुल ਨਾਲ जी, ਤਾਂ एक कि जब तक ਸਾਨੂੰ ਤੁਹਾਨੂੰ next ਥੋੜਾ ਜਿਹਾ full ਮਿਲ ਕੇ information ਦਿਖਾ ਦੇ ਦਿੰਦੇ ਰਹੇ ਨੇ ਹਾਂ. ਇੱਕ ਮਿੰਟ 1 ਸੈਕਿੰਡ ਜਿਹੜੇ ਉਸ ਦਾ ਤੱਕ ਸੈਟਅਪ ਕਰੋ, ਮੈਂ ਥੋੜੇ ਜਿਹੇ ਕੁਐਸਚਨਸ ਲੈ ਲੈਣਾ ਇਨ ਪਰਸਨ ਇਨ ਦ ਮੀਨ ਟਾਈਮ। Yep. ਲੋ ਜੀ, ਕੋਈ ਟੈਕਨੀਕਲ ਚੈਲੰਜ ਆ ਰਿਹਾ ਹੈ ਤੇ ਇਨ ਦ ਮੀਨ ਟਾਈਮ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਤੁਹਾਡੇ Bro, when will embassy open? Hindi or English, sir, please. Sabdil, this interview is going to be in Punjabi or in English, so we'll try to use more English. Study visa approval chances for working professionals above 36. ਇਹ ਕੁਐਸਚਨ ਮੈਂ ਜ਼ਰੂਰ ਨੋਟ ਕਰ ਲਾਂਗਾ ਤੇ ਕੁਛ ਹੀ ਟਾਈਮ ਚ ਆਪਾਂ ਜਸਵਿੰਦਰ ਜੀ ਹੁਣਾਂ ਤੋਂ ਇਹ ਕੁਐਸਚਨ ਜ਼ਰੂਰ ਪੁੱਛਾਂਗੇ ਕਿ ਸਟੱਡੀ ਵੀਜ਼ੇ ਦਾ ਅਪਰੂਵਲ ਦੇ ਚਾਂਸਸ ਹੁੰਦੇ ਨੇ ਜਿਨ੍ਹਾਂ ਦੀ 36 ਔਰ ਪਲੱਸ ਇਅਰਸ ਦੇ ਹੁੰਦੇ ਨੇ। ਰਾਕੇਸ਼ ਖੁਰਾਨਾ ਦਾ ਕੁਐਸਚਨ ਆ ਰਿਹਾ, how to become ICCRE member, something I don't know, you know it better. अच्छा, ये मतलब competition दे रहे ने, very good. Bro, when will embassy open? A question still pending up. I think no one has the answer to it yet. Sir, why CAQ is being delayed? यार CAQ delay ਨਹੀਂ ਹੋ ਰਿਹਾ, CAQ ਹੁਣ ਆਉਣ ਲੱਗ ਗਏ ਨੇ ਤੇ ਜਿਵੇਂ ਨਵਾਂ ਪ੍ਰੋਸੈਸ ਆ ਉਹਦੇ ਨਾਲ ਤੁਸੀਂ ਅਪਡੇਟ ਕਰ ਸਕਦੇ ਹੋ। ਆਈ ਥਿੰਕ ਨਾਲ ਆਨਲਾਈਨ ਪੋਰਟਲ ਤੇ ਵੀ ਰੀਮਾ ਤੇ। ਸੋ ਦ ਪ੍ਰੋਸੈਸ ਹੈਜ਼ ਡੈਫੀਨਿਟਲੀ ਇੰਪਰੂਵਡ। ਅਮੋਗ ਪੁੱਛ ਰਿਹਾ ਕੁਐਸਚਨ ਨਰਸਿੰਗ ਨੂੰ ਲੈ ਕੇ, ਹਾਊ ਹੋਲਡ ਔਨ ਸੈਕਿੰਡ, ਇਨ ਦ ਮੀਨ ਟਾਈਮ ਆਪਾਂ ਸੈਟਅਪ ਕਰ ਲੈਂਦੇ ਹਾਂ। ਲਓ ਜੀ, ਇਹਨੂੰ ਫਲਿਪ ਕਰ ਦਵਾਂ ਮੈਂ, ਹੋਲਡ ਔਨ ਅ ਸੈਕਿੰਡ। ਲਓ ਜੀ, ਸੌਰੀ ਫॉर द डिले गाइस, ਥੋੜੀ ਜਿਹੀ ਇੰਟਰਪਸ਼ਨ ਆ ਗਈ ਤੇ ਪ੍ਰੋਬਲਮ ਸੀਗੀ, so that has been resolved and now we are continuing. ਬਿਲਕੁਲ, question is that like one of the team member has asked question, they want like a little bit more in English because there are a lot of subscribers who do not understand Punjabi. Yeah, या same तो वो here. हिंदी I समझते हैं या तो वो हिंदी समझते हैं या English, so we'll try to stick to more English. Yeah, okay. There's another question which is related to the time frame. That means if someone is like of 36 years of age, मतलब 30 plus ਜਿਹੜੇ students ਨੇ, for example they are working professionals, you AEC program ਲੈ ਲੈਂਦੇ, which is professional programs, right? So ਉਹਨਾਂ ਦੇ ਵੀਜ਼ਾ ਦੇ ਕੀ ਚਾਂਸਸ ਹੁੰਦੇ ਨੇ if they want to come as a nurse? It totally depends upon the overall profile of the student. So we cannot say कि हाँ 30 year ਦਾ ਇਹ program ਲੈ ਲੇਗਾ ਤੇ 100% successful ਹੈ. Everything will depends upon the overall profile. For example, ਉਹਨਾਂ ਦੀ back home qualification ਕੀ ਹੈ, then in which field they are having an experience, and after that like which program they are going to choose. True. So sometimes ਉਹ ਕਿਵੇਂ present ਕਰ ਰਹੇ ਨੇ yeah, sometimes ਕੀ ਹੁੰਦਾ ਕਿ let's say ਕਿ ਕਿਸੇ ਨੇ simple BA ਕੀਤੀ ਹੋਈ ਹੈ, ਠੀਕ ਹੈ, but after that ਉਹਨਾਂ ਨੇ PGDCA ਕਰਕੇ computers ਨੂੰ ਆਪਣਾ field ਬਣਾ ਲਿਆ, right? Now they have 3-4 year experience in IT field and they are interested to pursue their study in IT field in Canada. So then the profile will be based on their experience. We will give more influence on the experience rather than on the study in the SOP. Okay, so all the things must be relevant. If there is a unrelevancy, we have to prove to the officer that why it is that, why I am changing my field or, and it must be genuine reason so that it will be easier for a visa officer to make a decision for our side. Bilkul. So another thing is like there's a huge worry ਤੇ ਬਹੁਤ ਸਾਰੇ ਲੋਕਾਂ ਨੂੰ ਇਹ ਆ ਕਿ ਯਾਰ ਹੁਣ ਕਿਊਬੈਕ ਦੇ ਰੂਲਸ ਨੂੰ ਲੈ ਕੇ ਕੀ ਹੈ। ਸੋ ਇੱਕ ਚੀਜ਼ ਹੋਰ ਪੁੱਛਣਾ ਚਾਹੁੰਦਾ ਸੀ, ਕਿਊਬੈਕ ਦੇ ਜਿਹੜਾ ਹੁਣ ਰੂਲਸ ਨੇ ਮੂਵਿੰਗ ਫਾਰਵਰਡ PR ਨੂੰ ਲੈ ਕੇ ਸਟੂਡੈਂਟਸ ਦੀ ਨੂੰ, what are the options actually having, especially next question is obviously DVP and AEC, but first like ਤੁਹਾਡਾ overall ਵਿਚਾਰ ਕੀ ਹੈ ਇਸ ਬਾਰੇ? ਮੇਰਾ ਜਿਹੜਾ overall views ਹੈਗਾ ਕਿਊਬਿਕ ਦੇ regarding right now, like ਸਾਨੂੰ ਪਤਾ ਹੈ ਕਿ ਹੈ ਨਾ on 28th of May they have recently changed the rules, ਜਿਹਦੇ ਵਿੱਚ ਅਰੀਮਾ ਦੇ programs ਦੇ ਵਿੱਚ ਕੋਈ changes ਨਹੀਂ ਆਈਆਂ, that is a skilled worker program, and PEQ, that we can say it's a PNP program for Quebec, there is a lot of changes. So ਉਹਦਾ ਕਰਕੇ ਸਟੂਡੈਂਟਸ ਜਿਹੜੇ ਨੇ ਇਸ ਟਾਈਮ ਦੇ ਤੇ ਥੋੜਾ ਲਾਈਕ ਵੀ ਕੈਨ ਸੀ ਫੇਅਰ ਇਨ देयर ਲਾਈਕ ਕਿ ਮੈਮ ਮੇਰੇ ਕੋਲ ਕਾਫੀ ਕੁਐਰੀਜ਼ ਆ ਰਹੀਆਂ ਨੇ, ਮੈਮ ਕਿੱਥੇ ਜਾਈਏ, ਕੀ ਕਰੀਏ।
ਕਿਉਂਕਿ ਪਹਿਲਾਂ ਹੀ ਜੋ ਸਿਨੈਰੀਓ ਸੀਗਾ ਨਾ, ਜੋ ਮੇਰਾ ਐਕਸਪੀਰੀਅੰਸ ਹੈਗਾ ਹੁਣ ਤੱਕ ਦਾ ਕਿਊਬਿਕ ਦਾ, only 10 to 15% student like who want to learn French, जी right? So they don't want to pursue French, French, but they want to have permanent residency, मतलब right? But मतलब कि मेहनत नहीं करनी पर पीआर सब चाहिए पीआर चाहिए ऑब्वियस है जी, ਉਹ ਫਿਰ ਪ੍ਰੈਫਰ ਕਰਦੇ ਸੀ ਮੂਵ ਕਰਨਾ। जी 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 ਠੀਕ ਹੈ ਜੀ। ਤੇ ਹੁਣ ਜਿੱਦਾਂ ਗਵਰਨਮੈਂਟ ਸਾਨੂੰ ਪਤਾ ਇੱਥੇ ਫ੍ਰੀ ਫ੍ਰੈਂਚ ਸਿਖਾ ਰਹੀ ਹੈ, ਈਵਨ ਬੱਚਿਆਂ ਨੂੰ ਪੈਸੇ ਵੀ ਮਿਲ ਰਹੇ ਸੀ, ਜੀ। ਸੋ ਕਾਫੀ ਬੱਚਿਆਂ ਦਾ ਇੰਟਰਸਟ ਹੋਇਆ ਕਿ ਚਲੋ ਫ੍ਰੈਂਚ ਕਰਕੇ ਨਾ ਈਜ਼ੀਲੀ ਸਾਨੂੰ ਪੀਆਰ ਮਿਲ ਜੀ। ਜਾਏਗੀ। ਸੋ ਇੱਥੇ ਹੁਣ ਜਿਹੜੇ ਨਿਊ ਰੂਲਸ ਆਏ ਨੇ, ਵੀ ਨੋ ਕਿ ਪੀਈ ਕਲਾਸ ਇਜ਼ ਡਿਵਾਈਡਡ ਇਨਟੂ ਟੂ ਕੈਟਾਗਰੀਜ਼, जी one is for temporary worker and another is for Quebec graduate graduates. program yeah ਸੋ ਰੀਸੈਂਟ ਚੇਂਜਸ ਦੇ ਵਿੱਚ ਇਹਨਾਂ ਨੇ ਕੀ ਕੀਤਾ ਹੈਗਾ ਕਿ ਜਿਹੜੇ ਟੈਂਪਰੇਰੀ ਵਰਕਰ ਨੇ, ਬਿਫੋਰ ਇਟ ਵਾਸ ਲਾਈਕ ਦੇ ਓਨਲੀ ਨੀਡ 12 month ਐਕਸਪੀਰੀਅੰਸ ਇਨ ਐਨੀ ਨੌਕ ਵਿਦ ਫ੍ਰੈਂਚ B2 workers ਦੇ ਲਈ, and now if there is a temporary worker, he or she must have 36-month experience within last 48 months जी plus B2 level of French. Now the question is that if you have only 3-year work permit, then how you gonna get your permanent residency? So Quebec is going to launch a transitional program. So for example, you have 3-year experience, you have B2 level French, and you want to proceed for PR, they will give you an extension for your work permit in that transition. So still they have not released the guidelines, official guidelines, but that is the news coming up very soon. And once we have a proper information and guidelines, we're gonna again share with our audience. And second thing is that for Quebec graduate, it was before only if you have done the EP program of 1800 hours, and EDAC program, graduate, masters with B2 level French, you can right away go for PEQ class. And it was like in 20 days. It was like within 20 days. Yeah. And now they are saying that even though you have a qualification that is eligible for PEQ class, you must have 1 year experience in NOC OAB. Okay, it is not related to your studies. Okay, but if the experience is related to your studies, then CNOC will be acceptable. So experience must be within 12 to 24 months plus B2 level French. So there is another big change, that is processing time. And before it was only 20 days, and now they have increased it to almost 6 months. So most of the time students want their PR right away. We know it. Right now, if I will see the scenario in another province, you are getting your PR after your qualification plus 1 year of experience, right? Now here there is an extra hurdle of French language. So if you are getting a thing cheaper at one shop, why will you go at another shop who is giving you a thing cheaper and with more hurdle? Yeah, that's true. Right? So everyone will prefer easy things and cheapest things. True. So if we will see a comparison, for example, like you are a student and you have completed your studies from here and you got your work permit, and you want to move in another province because you don't want to learn French, you can move easily. You have to just prove your 1 year experience in another province. We have some example we can share later. And with 1 year experience, you will be eligible either in PNP or in any skilled worker program, AIPP. There are so many programs going on. But if you want to get your permanent residency here, still you have to go for B2 level French. So now, like most of the scenario what's going on, international students, they want to study in Quebec and they want to get their permanent residency in another province. So what on that note, I have a question. Like a lot of the students ask even this thing, like the work permit that they get, like after studying in Quebec, is it like is it okay to move to another province, or can they, like, is it, of course it's by federal government, it's by federal government, so they can move anywhere, so it's not a problem, they can move anywhere all over Canada. The only thing is like that when a person is having studies from Quebec and later on like they have experience in Quebec, if they are moving to another province, this is a loss for Quebec. Like people are losing the interest because of frequent changes that are coming in immigration program. Like I have seen, like within last 2 years, there are so many changes in the program. Like after especially this government, and the students are losing the interest because they are saying, like for example, we have applied an application, and after 1.5 years, your government is saying that we are shredding the application, we are increasing the rule.
recently, like when day before yesterday, the guidelines has been came. Like 3-4 students came to me and they said, "Ma'am, we have sent the application and we just received an email that they have increased the processing time and now they are asking for spouse friends." So that is more hurdle. Like, जी for example, if there is a girl who is studying in Quebec and after that she has guidelines that after studying she will do French and then she will go PEQ class and get permanent residency. Now his and her spouse have to learn French too. and to just get the speaking CSQ. at least they need to know how to talk. Yeah, they must They have do one at least module. level 4. Level 4 one Level module 4 like, of listening and speaking yeah. in both two modules. Spouses cases like specifically you get a lot of spouse case as well. So spouse case is the key process ਹੁੰਦਾ like ਜਿਹੜੇ ਤੁਹਾਡੇ ਕੋਲ ਆਉਂਦੇ ਨੇ like what is the right way to go through the spouse case especially for students those who are already in Canada ਇਹਦਾ ਸਹੀ process ਕੀ ਰਹਿੰਦਾ? Okay, so first thing what I feel is more hurdle, like I will prefer to discuss these things in our own language. Of course, we can always there switch are around. so many clients who are sitting in India and they are watching our lives right जी now. जी बिल्कुल बिल्कुल. And they cannot understand English because Of course, sometimes their family members are there and we have to explain these things in Punjabi. The Yeah, thing please is go that ahead. ਕਈ ਵਾਰ ਕੀ ਹੁੰਦਾ ਕਿ ਠੀਕ ਹੈ ਜੀ ਕੁੜੀ ਨੇ +2 ਕੀਤੀ ਹੈ, ਠੀਕ ਹੈ ਉਹਨਾਂ ਆਇਲਸ ਕੀਤਾ, ਪੇਰੈਂਟਸ ਕੀ ਕਹਿੰਦੇ ਆਇਲਸ ਹੋ ਗਿਆ, ਵੀਜ਼ਾ ਲੱਗ ਗਿਆ, ਅੱਜ ਅਸੀਂ ਇਹਦੀ ਮੈਰਿਜ ਕਰ ਦਿੰਨੇ ਆ, ਠੀਕ ਹੈ ਕੈਨੇਡਾ ਚਲ ਜੂਗੀ, ਘਰ ਵਾਲਾ ਵੀ ਆ ਜਾਏਗਾ, then they gonna start their life there. ਹਾਂਜੀ. ਠੀਕ ਹੈ, that is the biggest mistake. If you want to get married, you have to get married before your visa application. Okay, so that in your visa application your status is married, your spouse name is there, so that when you will come in Canada and you are applying for your spousal open work permit, there will be not refusal on the basis of your relationship, because there are many cases I have seen that the refusal reason is that your relationship is not genuine and it's only to come to Canada. Even though for example ਉਹ ਚੀਜ਼ ਲੱਗਦੀ ਵੀ ਆ ਉਸ ਕੇਸ ਦੇ ਵਿੱਚ ਕਿ ਜਿਹਦਾ ਵੀਜ਼ੇ ਲੱਗਣ ਤੋਂ ਬਾਅਦ ਆਲ ਆਫ ਅ ਸਡਨ ਵਿਆਹ ਹੁੰਦਾ ਨਹੀਂ। ਦੇਖੋ ਜੀ 5 ਤਰੀਕ ਨੂੰ ਵੀਜ਼ਾ ਅਪਰੂਵ ਹੋਇਆ, ਪਾਸਪੋਰਟ ਤੇ ਸਟੈਂਪ ਲੱਗੀ ਆ, 10 ਤਰੀਕ ਦਾ ਵਿਆਹ ਹੋ ਰਿਹਾ, 15 ਤਰੀਕ ਨੂੰ ਕੁੜੀ ਕੈਨੇਡਾ ਆ ਰਹੀ, ਸਪੈਂਡ ਕੀਤਾ। ਸੋ ਦਿਸ ਇਜ਼ ਲਾਈਕ ਅ ਹੰਬਲ ਰਿਕੁਐਸਟ ਹੈ ਮੇਰੀ ਪੇਰੈਂਟਸ ਨੂੰ ਤੇ ਆਪਣੇ ਆਡੀਅנס ਨੂੰ ਵੀ ਕਿ ਜੇ ਤੁਸੀਂ ਆਪਣੀ ਲੜਕੀ ਦੀ ਜਾਂ ਜੇ ਕੋਈ ਲੜਕੀ ਮੈਰਿਜ ਕਰਵਾ ਕੇ ਇੱਥੇ ਆ ਰਹੀ ਹੈ that must be through a proper way, not like ਕਿ ਹਾਂ ਵੀਜ਼ਾ ਲੱਗ ਗਿਆ ਤੇ ਮੈਰਿਜ ਕਰ ਦੋ। ਅੱਛਾ ਇੱਥੇ ਇੱਕ ਹੋਰ ਹਾਂ, ਜੇ ਤੁਹਾਡਾ ਰਿਸ਼ਤਾ ਹੋਇਆ ਹੈ, ਵੀਜ਼ਾ ਲੱਗ ਗਿਆ ਹੈ, ਲੈਟ ਦ ਗਰਲ ਇਨ, ਉਹਨੂੰ ਆ ਲੈਣ ਦਿਓ ਕੈਨੇਡਾ, ਉਹਨੂੰ ਸਟੱਡੀ ਪਰਮਿਟ ਲੈ ਲੈਣ ਦਿਓ, ਫਿਰ ਜਿਹੜੀ ਉਹਦੀ ਨੈਕਸਟ ਵਕੇਸ਼ਨ ਹੋਣਗੀ ਆਫਟਰ 3 4 5 ਮੰਥ, then she can get married, she can go back get married with proofs, with genuine proofs. In that scenario the visas are successful. ਠੀਕ ਹੈ ਜੀ. And second reason of refusal most of the time is your financial, ਕਿ ਜਦੋਂ ਅਸੀਂ ਜਿਹੜਾ ਸਪਾਊਸ ਹੈ ਉਹਦੀ ਇਕਨੋਮਿਕਲ ਔਰ ਫਾਈਨੈਂਸ਼ੀਅਲ ਜਿਹੜੀ ਬੈਕਗ੍ਰਾਉਂਡ ਆ, ਕੰਡੀਸ਼ਨ ਆ, ਉਹਨੂੰ ਨਹੀਂ ਅਸੀਂ ਪ੍ਰੂਵ ਕਰ ਰਹੇ। ਠੀਕ ਹੈ, ਸੋ ਆਈ ਥਿੰਕ ਵੀ ਹੈਵ ਸੋ ਮੈਨੀ ਕੁਐਸਚਨਸ। ਸੋ ਬਿਲਕੁਲ ਆਪਾਂ ਇੱਕ ਰੈਪਿਡ ਫਾਇਰ ਇਸ ਵਾਰ ਉਹਨਾਂ ਦੇ ਕੁਐਸਚਨਸ ਦਾ ਕਰਾਂਗੇ। ਆਈ ਥਿੰਕ ਇੱਕ 15 ਵਾਰੀ ਵੀ ਛਾਪੇ ਜਾ ਰਹੇ ਨੇ ਕੁਐਸਚਨਸ ਇੱਥੇ, ਵਿਲ ਡੈਫੀਨਿਟਲੀ ਗੋ ਓਵਰ them, ਪਰ ਮੈਂ ਇੱਕ ਚੀਜ਼ ਹੋਰ ਪਹਿਲਾਂ the main reason why we are live here to answer the question of our ਬਿਲਕੁਲ ਜੀ। audience. ਸੋ ਇੱਕ ਚੀਜ਼ ਹੋਰ, ਪੂਅਰ ਸਾਊਂਡ ਕੁਆਲਿਟੀ, ਆਈ ਡੋਨਟ ਨੋ ਕੈਨ ਗਾਇਜ਼ ਇੱਕ ਵਾਰੀ ਕਨਫਰਮ ਕਰਕੇ ਦੱਸ ਦਿਓ ਕਿ ਤੁਹਾਨੂੰ ਆਵਾਜ਼ ਸਹੀ ਆ ਰਹੀ ਹੈ, ਕਿਉਂਕਿ ਜੇ ਤੁਹਾਨੂੰ ਆਵਾਜ਼ ਸਹੀ ਆ ਰਹੀ ਹੈ ਓਨਲੀ ਦੈਨ ਵਿਲ ਮੂਵ ਫਾਰਵਰਡ, ਨਹੀਂ ਤਾਂ ਅਦਰਵਾਈਜ਼ ਮੈਨੂੰ ਚੈੱਕ ਕਰਨਾ ਪੈਣਾ। ਸੋ ਪਲੀਜ਼ ਕਮੈਂਟ ਕਰਕੇ ਦੱਸ ਦਿਓ ਕਿ ਕੈਨ ਯੂ ਹੀਅਰ ਅਸ ਕਲੀਅਰਲੀ, ਆਵਾਜ਼ ਸਹੀ ਆ, ਇਜ਼ ਇਟ ਲਾਊਡ ਇਨਫ ਜਾਂ ਅਸੀਂ ਹੋਰ ਉੱਚੀ ਬੋਲੀਏ? ਪਲੀਜ਼ ਲੈਟ ਅਸ ਨੋ, ਆਈਲ ਬੀ ਵੇਟਿੰਗ ਫॉर ਯੋਰ ਕਮੈਂਟਸ। ਸਤਨਾਮ ਕਹਿੰਦਾ ਓਕੇ ਆ, ਆਲਰਾਈਟ। ਪੂਅਰ ਸਾਊਂਡ ਪਲੀਜ਼ is held, hold on, sahi nahi aundy sir, there is some problem, let me just check, ek minute hold karyo, Yeah, sure. check that na, just want to make sure ki ਹੁਣ ਚੈੱਕ ਕਰਕੇ ਦੱਸ ਦੋ ਕਿ ਹੁਣ ਸਾਊਂਡ ਕੁਆਲਿਟੀ ਕਿੱਦਾਂ ਦੀ ਆ। ਸਾਊਂਡ ਇਜ਼ ਓਕੇ, ਸਮਰ ਕਹਿ ਰਿਹਾ ਸਾਊਂਡ ਇਜ਼ ਓਕੇ, ਇਟਸ ਐਵਰੇਜ, ਸਾਊਂਡਸ ਗੁੱਡ, ਗੁੱਡ ਸਾਊਂਡ, it's perfect, all right.
ਜਸਵਿੰਦਰ ਜੀ ਹੁਣ ਫਿਰ ਕੁਝ ਕੁਐਸਚਨਸ ਨੇ, ਪਰ ਇੱਕ ਤੋਂ ਪਹਿਲਾਂ ਮੈਂ ਇੱਕ ਚੀਜ਼ ਜ਼ਰੂਰ ਪੁੱਛਣੀ ਚਾਹਨਾ, ਜੇ ਕਿਸੇ ਸਪੈਸ਼ਲੀ ਜਿਹੜੀਆਂ ਮੈਰਿਡ ਗਰਲਸ ਹੁੰਦੀਆਂ ਨੇ, ਕਈਆਂ ਦੇ ਬੱਚੇ ਵੀ ਹੁੰਦੇ ਨੇ, ਜਿੱਦਾਂ ਫॉर ਐਗਜ਼ਾਮਪਲ ਲੈਟਸ ਸਪੋਜ਼ Mostly. ਲਾਈਕ 5 or 6 year old, ਬਟ ਉਹ ਆਣਾ ਚਾਹਦੇ ਨੇ ਪਹਿਲਾਂ, ਤੁਹਾਨੂੰ ਕੀ ਲੱਗਦਾ ਉਸ ਕੇਸ ਚੋਂ ਬਾਅਦ ਚ ਆਪਣੇ ਸਪਾਊਸ ਦਾ ਤਾਂ ਸਭ ਨੂੰ ਪਤਾ, ਬੱਚਿਆਂ ਨੂੰ ਲਾਈਕ ਇਫ ਸ਼ੀ ਹੈਜ਼ ਲਾਈਕ ਫॉर ਐਗਜ਼ਾਮਪਲ ਇਫ ਅ ਲੇਡੀ ਹੈਜ਼ ਲਾਈਕ ਅ 5 years old daughter or a son, तो ये मतलब कि एक सेमेस्टर स्टडी करने के बाद कैन दे ब्रिंग her over as well, can they bring their kids as well, key option Yeah, obviously they can bring their kids as well, and I think I just noticed that the orientation is portrait. Can you just Facebook. change on the Facebook that orientation? all right, So guys, पहला they want to just say sorry because like we Facebook cannot the orientation, see yeah. Facebook the orientation ਜਿਹੜੀ ਉਹ wrong ਸੀਗੀ and we did not notice. Yeah. And I think ਸਾਡਾ technical ਬੰਦਾ ਜਿਹੜਾ ਉਹ ਥੋੜਾ ਧਿਆਨ ਨਹੀਂ ਦੇ ਰਿਹਾ, so these things must be fixed from for the future. ਠੀਕ ਹੈ ਜੀ, ਸੋ ਲੈਟਸ ਮੂਵ ਅਹੈਡ। ਹਮ ਕੁਐਸਚਨ ਪੁੱਛ ਰਹੇ ਸੀ ਕਿ ਜਿਹੜੇ ਉਹਨਾਂ ਦੇ ਬੱਚੇ ਹੁੰਦੇ ਨੇ, ਸੋ ਉਹਨਾਂ ਨੂੰ ਕੀ ਬਾਅਦ ਚ ਸਪਾਂਸਰ ਕਰ ਸਕਦੇ ਆ, ਸਪੈਸ਼ਲੀ ਜਿਹੜੇ ਸਟੂਡੈਂਟ ਵੀਜ਼ਾ ਦੇ ਇੱਥੇ ਆਉਂਦੇ ਨੇ। Okay ਜੀ, ਜਿਹੜੇ ਸਟੂਡੈਂਟ ਵੀਜ਼ਾ ਦੇ ਤੇ ਲੈਟਸ ਸੇ ਕੋਈ ਅਗਲੀ ਇਹ ਸਿਨੈਰੀਓ Yeah. ਕਿ ਕੋਈ ਕੁੜੀ ਹੈ ਮੈਰਿਡ ਹੈ, ਠੀਕ ਜੀ ਹੈ, ਜੀ ਉਹਦੇ ਬੇਬੀ ਹੈਗਾ 1 2 3 ਸਾਲ ਦਾ, ਜੀ right? Most of the time what we do, we can apply for the child visa along with the student visa of the mother ਰਾਈਟ ਅਵੇ, right away, and we Okay. got successful result in this. Great. And then once the child and mother is here, we can go for the spousal open work permit. is there any particular time frame ਕਿ ਉਹਦੇ ਵਿੱਚ ਹੀ ਰੈਂਟ ਮਤਲਬ ਕਿ ਜਦੋਂ 1 2 ਸਾਲ ਦਾ ਜਾਂ 3 ਸਾਲ ਦਾ ਬੱਚਾ ਤਾਂ ਹੀ ਆ ਸਕਦੇ, ਜਾਂ what if someone has a kid who's like 5 years old or 6 5 year years will old? be okay, till 8 year is okay. After 8 I Achha. will not suggest that. I will prefer to apply later on with father or Yeah. at any other stage. ਬਿਲਕੁਲ ਜੀ, ਸੋ ਚਲੋ ਆਪਾਂ Because next if the child is less than 8, we can say that like he is emotionally attached with their Bilkul. parents or mother mostly. But later on, if the child is studying, then we cannot say that we are taking him away from his study as bringing him as a visitor here. So that does not make any sense. जी बिल्कुल। We have this question by Pushpinder and he's asking, I think I missed it out. Hello sir, मेरा जैन intake सी but defer हो गया मई वास्ते, but ਹੁਣ ਸਤੰਬਰ ਚ ਜਾਣਾ ਮੇਰਾ ਪੁਰਾਣਾ CAQ accept ਹੋ ਜਾਊਗਾ 에어ਪੋਰਟ ਤੇ ਜਾਂ ਨਹੀਂ, ਔਰ I have to apply for new CAQ? ਇਹ ਬੜਾ ਕੁਐਸਚਨ ਕਾਫੀ ਆਉਂਗਾ ਕਿ ਯਾਰ ਜਿੱਦਾਂ ਉਹਨਾਂ ਨੇ ਨਵਾਂ ਆਪਣਾ ਆਫਰ ਲੈਟਰ ਐਕਸੈਪਟ ਦਿੱਤਾ ਵੀਜ਼ੇ ਦੇ ਲਈ, ਜਾਂ ਫਿਰ ਉਹਨਾਂ ਦਾ ਇਨਟੇਕ ਚੇਂਜ ਹੋ ਗਿਆ, ਨਵਾਂ ਇਨਟੇਕ ਕਾਲਜ ਆਬਵੀਅਸਲੀ ਨਵਾਂ ਆਫਰ ਲੈਟਰ ਦੇ ਦਿੰਦਾ ਇਫ ਇਟਸ ਅ ਨਿਊ ਇਨਟੇਕ, do they need to update their CAQ as well or same CAQ ਤੇ ਆ ਸਕਦੇ? They can come on the same CAQ, but the thing is that they will get the study permit till the end date of the CAQ they are having in their hands. But if their study is completing in 2 years and they have the CAQ that is expiring within 1 year, will get the study permit for 1 year. Then when they will be inside Canada, after that they have to extend their CAQ first, and then they have to extend their study permit. ਲਓ ਜੀ, ਹੁਣ ਆਪਾਂ ਬੈਕ ਟੂ ਬੈਕ ਕੁਐਸਚਨਸ ਲੈਣੇ ਆ ਨਾ ਤੁਹਾਡੇ ਸਾਰਿਆਂ ਦੇ। ਲੈਗ ਆ ਰਹੇ, ਕਹਿੰਦੇ ਕਿ ਐਡਵਾਂਸ ਡਿਪਲੋਮਾ ਕੁਐਸਚਨ ਬਹੁਤ ਫਾਸਟ ਨੇ, ਆਈ ਹੈਵ ਟੂ ਰੀਡ ਇਟ। ਜਿੱਦਾਂ ਸਰ ਵਿਲਫਰਡ ਲੌਰੀਅਰ ਸਕੂਲ ਬੋਰਡ ਚ 1800 ਘੰਟੇ ਦਾ ਜਿਹੜਾ ਕਹਿੰਦੇ ਨਰਸਿੰਗ ਦਾ ਪ੍ਰੋਗਰਾਮ ਆ, ਠੀਕ ਆ, ਸੋ ਨਾਰਮਲੀ ਜੇ ਲੈਸਟਰ ਵੀ ਜਾਂ ਹੋਰ ਕਾਲਜਸ ਚ ਕਰਦੇ ਨੇ ਉਹਨਾਂ ਨੂੰ 3 ਸਾਲ ਦੇ ਵਰਕ ਪਰਮਿਟ ਆਲਰੇਡੀ ਆਏ ਨੇ, ਰਾਈਟ? ਜੇ ਤੁਸੀਂ 1800 ਘੰਟੇ ਦਾ ਵੀ ਕਰਦੇ ਤੇ ਸਟਿਲ ਗੈਟ 3 ਇਅਰ ਵਰਕ ਪਰਮਿਟ। ਜੇ ਨਰਸਿੰਗ ਦਾ ਕਰਦੇ ਆ, ਤੁਹਾਨੂੰ ਕੀ ਲੱਗਦਾ ਹੈ ਕਿ ਫॉर ਐਗਜ਼ਾਮਪਲ ਸਰ ਵਿਲਫਰਡ ਲੌਰੀਅਰ ਸਕੂਲ ਬੋਰਡ ਚ ਵੀ ਕਰਦੇ ਆ, ਕਿੰਨਾ ਉਹਦਾ ਡਿਊਰੇਸ਼ਨ ਕੀ ਹੁੰਦੀ ਹੈ ਵਰਕ ਪਰਮਿਟ ਦੀ? 3 years. ਦਾ If the program is of 1800 hours, then duration of work permit will be always 3 years. ਸੋ ਹਾਂਜੀ, ਸੋ ਜਿਹੜੇ ਵੀ ਸੱਜਣ ਮਿੱਤਰ ਨੇ ਪੁੱਛਿਆ ਸੀ ਸਵਾਲ, ਸਟੇ ਸ਼ਾਰਟ, ਟੈਨਸ਼ਨ ਨਹੀਂ, ਨਿਸ਼ਚਿੰਤ ਹੋ ਕੇ ਤੁਸੀਂ ਪੜ੍ਹਾਈ ਕਰੋ, ਅਮੋਘ ਅਧਿਕਾਰੀ। ਆਈ ਹੋਪ ਤੁਹਾਨੂੰ ਆਨਸਰ ਮਿਲ ਗਿਆ ਹੋਗਾ। ਲੈਟਸ ਮੂਵ ਟੂ ਦ ਨੈਕਸਟ ਪਰਸਨ, ਮਹੀਪ ਸਿੰਘ। ਹਾਊ ਮਚ ਵਰਕ ਪਰਮਿਟ ਕੈਨ ਵੀ ਐਕਸਪੈਕਟ ਵਿਦ 1720 ਆਵਰਸ, that is 20 months for, I think ਜੇ ਕਿਸੇ ਵੀ ਪ੍ਰੋਗਰਾਮ ਤੇ 17-20 ਆਵਰਸ ਆ, ਤੁਹਾਨੂੰ ਕੀ ਲੱਗਦਾ ਇੰਟਰਨਸ਼ਿਪਸ ਵੀ ਤਾਂ ਹੁੰਦੀਆਂ ਨੇ ਨਾ? Internships ਵੀ ਹੁੰਦੀਆਂ, so totally Most of the depending on colleges. if the duration of the program on your completion letter is 2 years, you will get 3 years. Yeah. Because this is the regulation. ਬਿਲਕੁਲ।
So should we pay fees for September intake, as it is going to be online? Yeah, because if you will pay the fees only, then you are ਤਾਂ ਹੀ going to online get link your ਮਿਲਣਾ, visa. without that you won't get your online link. Yeah. ਅੱਛਾ ਜੀ, ਪ੍ਰਿਆ ਸ਼ਰਮਾ ਪੁੱਛ ਰਹੀ ਆ, can I mail to Canada High Commission as my file is submit in embassy in the month of December, but still I did not get any results. So can she contact them or No, what I email? will suggest you to have patience. Because as long as Canada will feel that the conditions are going to resume and the restriction are going to resume, they're gonna check all the files. They're gonna work on all the files and they're gonna give the decisions. Absolutely. ਵੈਸੇ ਵੀ ਮੇਰੇ ਖਿਆਲ it's more dependent ਕਿ ਦਿੱਲੀ ਚ ਕਦੋਂ ਚੀਜ਼ਾਂ normal, because main office ਤਾਂ ਉੱਥੇ ਹੀ ਆ, ਜਦ ਤੱਕ ਉੱਥੇ ਨਹੀਂ ਸਾਰਾ ਕੁਝ ਖੁੱਲ ਜਾਂਦਾ then it's going to take If you time. have submitted your paper application in that scenario, but if you have submitted your online application, then it may be possible because online office are operating, ਜੀ so it's virtually ਤਾਂ ਕਰ ਰਹੇ yeah, ਆ, virtually they are working, so there but is a I chance. think virtually ਵੀ ਜਿਹੜੇ ਕਰਦੇ ਨੇ, ਹਾਂ ਜਾਂ ਤਾਂ ਉਹਨਾਂ ਨੂੰ ਸਿਰਫ ਉਹੀ ਆ ਸਕਦਾ, because it's still for passport collection or biometrics, ਉਹ ਸਾਰੀਆਂ ਚੀਜ਼ਾਂ ਦਾ dependent ਨੇ. So obviously ਪਹਿਲਾਂ ਵੀ ਕਦੀ ਹਿਸਟਰੀ 'ਚ ਇਹੋ ਜਿਹੀਆਂ ਚੀਜ਼ਾਂ ਹੋਈਆਂ ਨੇ ਜਿਹੜੀਆਂ ਆਪਾਂ This is ਦੇਖੀਆਂ ਹੋਣੀਆਂ first time. ਚਾਹੀਦੀਆਂ. This is first time. Yeah. ਬਹੁਤ ਸਾਰੇ ਚੀਜ਼ਾਂ ਦੇ ਨਾ ਸਵਾਲਾਂ ਦੇ ਜਵਾਬ ਹਜੇ ਖੜੇ ਨੇ ਇਸੇ ਤਰ੍ਹਾਂ. ਤੇ let's move to the, some agents are telling that Canada college refusals are more negative about colleges. ਤੁਹਾਨੂੰ ਕੀ ਲੱਗਦਾ ਕਿ ਜਿਹੜੇ ਇਦਾਂ ਵੀ ਹੁੰਦਾ ਕਿ ਇੰਡੀਆ ਦੇ ਵਿੱਚ ਇਟਸ ਹੈਪਨਿੰਗ ਅ ਲੋਟ, ਏਜੰਟਸ ਸੇ ਕਿ ਆਹ ਫਲਾਣਾ ਕਾਲਜ ਲੈ ਲਓ ਤਾਂ ਵੀਜ਼ਾ ਲੱਗ ਜਾਣਾ, ਆਹ ਫਲਾਣਾ ਕਾਲਜ ਨਾ ਲਓ ਇਹ 'ਚ ਵੀਜ਼ਾ ਨਹੀਂ ਲੱਗਣਾ, ਮਤਲਬ ਆਬਵੀਅਸਲੀ ਜਿਹੜੇ ਉਹਨਾਂ ਕੋਲ ਕਾਲਜ ਹੁੰਦੇ ਤੇ ਪ੍ਰਮੋਟ ਕਰਨ, ਬਾਕੀਆਂ ਦੇ ਕਹਿੰਦੇ ਵੀਜ਼ੇ ਨਹੀਂ ਲੱਗਦੇ. ਉਹਦੇ ਉੱਤੇ ਤੁਹਾਡਾ ਪਰਸਨਲ ਕੀ ਟੇਕ ਆ? ਦੇਖੋ ਜੀ, ਜਿਹੜਾ ਵੀਜ਼ਾ ਸਕਸੈਸ ਰੇਟ ਡਿਪੈਂਡ ਕਰਦਾ ਤੁਹਾਡੀ ਪ੍ਰੋਫਾਈਲ, ਨਾਟ profile ਔਨ ਦਾ ਦੇ ਉੱਤੇ। ਕਾਲਜ ਪ੍ਰੋਫਾਈਲ, ਠੀਕ ਹੈ ਜੀ, ਉਹ ਸਟੂਡੈਂਟ ਦੇ ਪ੍ਰੋਫਾਈਲ ਤੇ ਡਿਪੈਂਡ ਕਰਦਾ. ਆ ਇਸ ਨੂੰ ਤੁਹਾਡੀ ਪ੍ਰੋਡਕਸ਼ਨ ਦੁਬਾਰਾ choice ਚਲਾਇਆ ਜਾਵੇ. ਤੁਹਾਡੀ ਚੋਇਸ ਤੇ ਡਿਪੈਂਡ ਕਰਦਾ, ਤੁਹਾਡੀ ਰੈਲੇਵੈਂਸੀ ਆਫ ਸਟੱਡੀਜ਼ ਵਿਦ ਯੂਰ ਫਿਊਚਰ ਸਟੱਡੀ ਉਹਦੇ ਤੇ ਡਿਪੈਂਡ ਕਰਦਾ ਹੈ, ਠੀਕ ਹੈ. ਬਿਲਕੁਲ. ਫੋਰ ਐਗਜ਼ਾਮਪਲ ਤੁਸੀਂ ਬੀਕਾਮ ਕੀਤੀ ਹੈ, ਤੁਸੀਂ ਜੀ। ਇੱਥੇ ਆ ਕੇ ਪ੍ਰੋਗਰਾਮ ਲੈ ਰਹੇ ਹੋ, Medical ਦਾ ਲੈ ਰਹੇ ਹੋ, ਮੈਡੀਕਲ ਉਹਦੇ ਨਾਲ ਕੋਈ ਹਨਾ ਤੋਕੀ ਨਹੀਂ ਬਣਦਾ, ਤੋਕੀ then you are ਨਹੀਂ going to get refused obviously. So this is the thing that I have explained before in the session when we just ਜੀ started. ਜੀ ਜੀ So it's the same thing. The profile depends. ਤੁਹਾਡੀ Like, ਬਿਲਕੁਲ ਬਿਲਕੁਲ. if your profile is strong, your R score is good, your education is good, you have a good percentage in your all modules in your past study, you are going to get successful. ਅੱਛਾ And ਇੱਕ ਅਸੀਂ ਹੋਰ ਇਹੋ ਜਿਹੇ ਕੇसेस ਵੀ ਦੇਖੇ ਨੇ ਜਿਹੜੇ ਬਿਲਕੁਲ ਸਾਨੂੰ ਵੀ ਲੱਗਦਾ ਹੁੰਦਾ ਕਿ ਆਫੀਸਰ ਨੇ ਰਿਫਿਊਜ਼ ਹਨਾ ਬਿਨਾਂ ਵਜ੍ਹਾ ਤੋਂ ਹੀ ਬਿਨਾਂ ਵਜ੍ਹਾ ਕੀਤਾ। ਤੋਂ ਹੁੰਦਾ ਵੀ ਹੈ ਏਦਾਂ ਕਈ ਵਾਰ ਹਨਾ, ਲਾਈਕ ਤੇ ਜਦੋਂ ਅਸੀਂ ਨੂੰ ਰੀਸਬਮਿਟ ਕਰਦੇ ਹਾਂ ਵਿਦ ਦਾ ਸੇਮ ਪ੍ਰੋਫਾਈਲ ਐਜ਼ ਇਟ ਇਜ਼, ਇਟਸ ਗੋਇੰਗ ਟੂ ਬੀ ਲਾਈਕ ਅਪਰੂਵਡ ਵਿਦ ਐਨ ਐਕਸਪਲੇਨੇਸ਼ਨ, ਬਿਲਕੁਲ ਠੀਕ ਹੈ ਨਾ, ਕਿ ਸਾਨੂੰ ਲੱਗਦਾ ਕਿ ਹਾਂ ਮੇਬੀ ਇੱਥੇ ਆਫੀਸਰ ਨੂੰ ਲੱਗਾ ਕਿ ਅਸੀਂ ਸਾਡੀ ਜਿਹੜਾ ਇੰਟੈਂਸ਼ਨ ਹੈ ਆ ਫਿਊਚਰ ਪ੍ਰੋਗਰਾਮ ਕਰਨ ਦੀ ਉਹ ਰੈਲੇਵੈਂਟ ਨਹੀਂ ਹੈ, ਫਿਰ ਉਹਨੂੰ ਥੋੜਾ ਐਕਸਪਲੇਨ ਕਰਨਾ ਪੈਂਦਾ ਹੈ, ਵੀ ਗॉट ਸਕਸੈਸ, ਸੋ ਇਟਸ ਨਾਰਮਲ. ਠੀਕ ਹੈ ਜੀ. ਅੱਗੇ ਆਪਾਂ ਚੱਲਦੇ ਹਾਂ ਨੈਕਸਟ ਕੁਐਸਚਨ ਤੇ. ਯਾਰ ਕੁਝ ਮੇਰੇ ਖਿਆਲ ਨਾਲ ਦੋਸਤ ਦੇਖ ਲੈਂਦੇ ਉਹ 'ਚ ਨਾ ਹਾਈਡ ਹੋ ਜਾਂਦੇ ਤੁਹਾਡੇ ਕਮੈਂਟਸ. Students who got 5.5 band in one module, how much chances increase to get visa? That means, okay, ਮੈਨੂੰ question ਪਤਾ ਲੱਗ ਗਿਆ, ਜਿਨ੍ਹਾਂ ਦੇ ਇੱਕ ਚੋਂ 5.5 ਨੇ, if they have 5.5 in one module, what are the chances they would get visa, or are they actually getting visas? It totally depending like how we are representing How the you application. present again. How we represent the application. ਬਿਲਕੁਲ. It's not a magic that I can tell you on True, the true. call and we can apply that magic. It totally depends upon how we represent the application. ਬਿਲਕੁਲ ਜੀ. ਤੇ ਨੈਕਸਟ ਵਾਲਾ ਦੇਖ ਲੈਂਦੇ ਆ ਕਿ ਕੁਐਸਚਨ, AEC courses with more than 1800 hours or study for PR under PQ. ਹੁਣ ਜਿਹੜੇ AEC ਪ੍ਰੋਗਰਾਮਸ ਨੇ ਉਹਨਾਂ ਦੇ ਬਾਰੇ ਕੀ, DP ਦਾ ਬਾਰੇ ਤਾਂ ਦੱਸ ਦਿੱਤਾ ਤੁਸੀਂ ਕਿ PQ ਦੇ ਵਿੱਚ ਨੇ, ਉਹਨਾਂ ਦੇ ਲਈ ਹੁਣ 1200 ਘੰਟੇ ਦੇ ਆਵਰਸ ਨੇ ਚਾਹੀਦੇ. AEC ਬਾਰੇ ਕੋਈ ਅਪਡੇਟ? AEC ਬਾਰੇ ਜਿੱਦਾਂ ਤੁਹਾਨੂੰ ਪਤਾ ਲਾਸਟ ਈਅਰ ਇਹਨਾਂ ਨੇ ਇੱਕ ਲਿਸਟ ਜਨਰੇਟ ਕੀਤੀ ਜੀ, ਸੀ ਜੀ, ਕਿ ਆ ਜਿਹੜੇ AEC ਦੇ ਪ੍ਰੋਗਰਾਮ ਆ ਹਨਾ ਇਹ ਸਾਰੇ ਐਲੀਜੀਬਲ ਹੋਣਗੇ PQ ਦੇ ਵਿੱਚ. ਉਸ ਤੋਂ ਬਾਅਦ ਇਹਨਾਂ ਨੇ ਫਿਰ ਉਹ ਰਿਫਾਰਮ ਨੂੰ ਵਾਪਸ ਲੈ ਲਿਆ ਸੀ. ਰਾਈਟ ਨਾਓ ਉਹਦੇ ਤੇ ਕੋਈ ਪ੍ਰੋਪਰ ਗਾਈਡਲਾਈਨਸ ਆਈਆਂ ਨਹੀਂ, ਸੋ ਵੀ ਆਰ ਜੋ ਵੇਟਿੰਗ. ਪਹਿਲਾ ਸਟੈਂਡਰਡ ਰੂਲ ਸੀ ਉਹੀ ਸੀ ਕਿ ਉਹੀ ਸਾਡਾ ਚਾਹੀਦਾ। ਐਕਸਪੀਰੀਅੰਸ ਤੁਹਾਨੂੰ ਚਾਹੀਦਾ AEC Exactly. ਪ੍ਰੋਗਰਾਮ ਕਰਨ ਤੋਂ ਬਾਅਦ. ਠੀਕ ਹੈ ਜੀ ਗਾਇਸ, ਉਹਦੇ ਵਿੱਚ ਕੋਈ ਚੇਂਜ ਨਹੀਂ ਆ. ਇੱਕ ਦੋਸਤ ਨੇ ਕਿਹਾ ਕਿ ਉੱਪਰ ਵਾਲੀਆਂ ਸੁਪਰ ਚੈਟਸ ਚੈੱਕ ਕਰ ਲਈਆਂ ਜਾਣ,
ਬ్రో ਹੁਣ ਅਸੀਂ ਉੱਪਰ ਜਾ ਕੇ ਚੈਟਸ ਵੀ ਚੈੱਕ ਕਰ ਸਕਦੇ ਪਰ ਬਾਅਦ ਚ ਮੈਂ ਤੁਹਾਨੂੰ ਕੁਐਸਚਨਸ ਦੇ ਆਨਸਰ ਜਾਂ ਅਸੀਂ ਲਾਈਕ ਕਰ ਦਾਂਗੇ ਸਟੂਡੈਂਟਸ ਕੀ ਕਰ ਸਕਦੇ ਆ ਜਿਨ੍ਹਾਂ ਨੂੰ ਕੋਈ ਸਪੈਸੀਫਿਕ ਕੁਐਸਚਨ ਹੈ ਇੱਕ ਬਿਲਕੁਲ। ਸਪੈਸ਼ਲ ਈਮੇਲ ਆਈਡੀ ਇਸ ਵਾਰੀ ਕ੍ਰੀਏਟ ਕੀਤੀ ਜੀ। ਕਿਉਂਕਿ ਲਾਸਟ ਟਾਈਮ ਜਦੋਂ ਸਾਡਾ ਲਾਈਵ ਸੀ ਨਾ ਵੀ ਮਿਸ ਸੋ ਮੈਨੀ ਕੁਐਸਚਨ ਜੀ ਜੀ ਸੋ ਈਮੇਲ ਆਈਡੀ ਹੈਗੀ ਆ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਲੇਟਰ ਹਾਂਜੀ, ਬਿਲਕੁਲ share ਕਰ ਜਾਨੀ ਦਾਂਗੇ। ਸ਼ੇਅਰ ਕਰੇਗਾ ਜੀ ਜੀ ਸੋ ਇਟਸ ਲਾਈਵ ਕੈਨਵਰਲਡ livecanworld@gmail.com ਠੀਕ so ਹੈ livecanworld@gmail.com ਦੇ ਤੇ ਜੋ ਵੀ ਤੁਹਾਡੇ particular question ਹੈ Specific questions you ਨੇ। can send to us and we will ਬਿਲਕੁਲ। like personally know the specific question ਦਾ answer ਜਿਹੜਾ ਦਿੱਤਾ ਜਾਏ because it's not possible to answer each ਸਾਰੇ and every ਕੁਐਸਚਨਸ question ਇਨ ਅ ਸ਼ਾਰਟ ਬਿਲਕੁਲ ਬਿਲਕੁਲ in ਇਹ short so ਬਿਲਕੁਲ we ਸੱਚ ਹੈ can personally answer you ਬਿਲਕੁਲ ਜੀ ਲਾਈਵ ਕੈਨਵਰਲਡ ਵੀਜ਼ਾ no not visa it's Visa. only live It's livecanworld@gmail.com ਅਸੀਂ ਡਿਸਕ੍ਰਿਪਸ਼ਨ ਚ ਵੀ ਪਾ ਦਾਂਗੇ ਤੇ ਤੁਸੀਂ ਉੱਤੇ ਸਪੈਸੀਫਿਕ ਕੁਐਸਚਨ ਆ ਯੂ ਕੈਨ ਆਲਵੇਸ ਕੰਟੈਕਟ ਹਰ ਡਾਇਰੈਕਟਲੀ ਵੈਸੇ ਵੀ ਜੇ ਤੁਹਾਡੇ ਕੋਈ ਸਪਾਊਸ ਦੀ ਕੇਸਿਸ ਨੇ ਜਾਂ ਕੋਈ ਵੀ ਇਮੀਗ੍ਰੇਸ਼ਨ ਨਾਲ ਰਿਲੇਟਡ ਤੁਹਾਡਾ ਮੈਟਰ ਆ ਯੂ ਡੈਫੀਨਿਟਲੀ ਕੈਨ ਕੰਟੈਕਟ ਅਸ ਤੁਸੀਂ ਜਸਵਿੰਦਰ ਜੀ ਉਹਨਾਂ ਨੂੰ ਕੰਟੈਕਟ ਸਿੱਧਾ ਕਰ ਸਕਦੇ ਹੋ ਰੈਫਰੈਂਸ ਦੇ ਸਕਦੇ ਹੋ ਸਾਡਾ ਤੁਹਾਨੂੰ ਕੋਈ ਵੀ ਦਿੱਕਤ ਆਵੇ ਤੁਸੀਂ ਸਾਨੂੰ ਦੱਸ ਸਕਦੇ ਹੋ no guys I had that I'm just kidding but genuinely ਅਸੀਂ ਜਿੰਨੇ ਵੀ ਹੁਣ ਤੱਕ ਸਟੂਡੈਂਟਸ ਨੇ ਜਾਂ ਜਿੰਨੇ ਵੀ ਸਾਡੇ ਕੋਲ ਰੈਫਰੈਂਸ ਆਦੇ ਨੇ ਲਾਈਕ ਪੀਪਲ ਹੈਵ ਬੀਨ ਰੀਲੀ ਵੈਰੀ ਹੈਪੀ ਟਰਸਟ ਮੀ ਜੇ ਉਹ ਖੁਸ਼ ਨਾ ਹੁੰਦੇ I would not have been sitting here ਇਹ ਜੈਨੂਇਨ ਹੈ ਇਹ ਤਾਂ ਇੱਕ ਮੇਰੇ ਖਿਆਲ ਨਾਲ ਅੱਛੇ ਪ੍ਰੋਫੈਸ਼ਨਲ ਦੀ ਨਿਸ਼ਾਨੀ ਹੈ ਕਿ ਜੇ ਤੁਸੀਂ ਸਰਵ ਵਧੀਆ ਕਰੋਗੇ ਉਹਨਾਂ ਨੇ ਜ਼ਰੂਰ they would refer ਇੱਕ ਗੱਲ ਪੱਕੀ ਆ ਕਿ ਜਿਨ੍ਹਾਂ one thing I can talk on her behalf as well ਕਿ she picks up the cases only ਜਿਨ੍ਹਾਂ ਨੂੰ ਉਹ ਹੈਲਪ ਕਰ ਸਕਦੇ ਨੇ ਠੀਕ ਹੈ ਜੀ ਇਟਸ ਨਾਟ ਅਬਾਊਟ ਮੈਂ ਦੇਖਿਆ ਕਿ ਬਹੁਤ ਜਲਦੀ ਦੇ ਪਿਕ ਅਪ ਦਾ ਠੀਕ ਹੈ ਤੁਸੀਂ ਪੇ ਕਰ ਦੋ ਬਾਅਦ ਚ ਲਟਕੇ ਰਹਿੰਦੇ ਆ ਉਹ ਕੰਮ ਕਦੀ ਨਹੀਂ ਹੋਇਆ ਮੈਂ ਸੋ ਫਸਟ ਕੀ ਹੁੰਦਾ ਕਿ ਜੇ ਤੁਸੀਂ ਸਾਡੇ ਕੋਲ ਆ ਰਹੇ ਹੋ ਕੇਸ ਲੈ ਕੇ ਤਾਂ ਅਸੀਂ ਰਿਵਿਊ ਕਰਦੇ ਹਾਂ ਕੇਸ ਜੀ ਠੀਕ ਹੈ ਯਾ देयर इज अ कंसल्टेशन फीस दैट इज ऑलवेज चार्जेबल but ਜੇ ਸਾਨੂੰ ਲੱਗਦਾ ਕਿ we can proceed we can continue otherwise like you can have there are so many other consultants I'm not saying that I am like the only person perfect yeah so every person has their own competency and they can do according to ਬਿਲਕੁਲ ਪੁਸ਼ਪਿੰਦਰ ਦੀਆਂ ਕੁਐਸਚਨ ਆ ਰਿਹਾ ਸਰ ਪਲੀਜ਼ ਐਕਸਪਲੇਨ ਨਿਊ ਪੀਆਰ ਰੂਲਸ ਫॉर ਪੀਈ ਗ੍ਰੈਜੂਏਟ ਇਨ ਕਿਊਬੈਕ ਡੂ ਵੀ ਨੀਡ 1 ਈਅਰ ਐਕਸਪੀਰੀਅੰਸ ਫॉर ਪੀਈ ਏਈਸੀ ਪ੍ਰੋਗਰਾਮ ਹਾਂਜੀ ਉਹ ਤਾਂ ਪਹਿਲਾਂ ਵੀ ਸੀ ਮਾੜਾ ਜਿਹਾ ਦੱਸ ਦਿਓ ਹਾਂਜੀ ਜੀ ਉਹ ਚਾਹੀਦਾ ਹੈ ਤੁਹਾਨੂੰ 1 year experience you must have so ਕਿਉਂਕਿ AEC ਜਿਹੜੇ ਪ੍ਰੋਗਰਾਮ ਨੇ ਜੋ ਇਹਨਾਂ ਨੇ ਕਿਉਂਕਿ ਉਹ ਰਿਫਾਰਮ ਵਾਪਸ ਲੈ ਲਿਆ ਸੀ ਜੀ so still now it's like doubt ਆ ਕਿ AEC ਵਾਲੇ ਪੀਕ ਚ ਐਲੀਜੀਬਲ ਹੈਗੇ ਆ ਜਾਂ ਨਹੀਂ ਹੈਗੇ ਠੀਕ ਹੈ ਜੋ ਸੋ ਜੇ AEC ਵਾਲੇ ਪੀਕ ਚ ਐਲੀਜੀਬਲ ਨਹੀਂ ਹੈਗੇ ਕਿਹੜੀ ਕੈਟਾਗਰੀ ਚ ਆਉਣਗੇ ਬਿਲਕੁਲ ਠੀਕ ਹੈ ਨਾ so rather than like but I will suggest rather than wasting 3 year here in experience ਕਿਸੇ ਹੋਰ province ਦੇ ਵਿੱਚ move ਹੋ ਕੇ like you can get 1 year experience and get PR and we are dealing with all the provinces pilot program we are dealing with Alberta AINP OINP Express Entry so you can contact us for any kind of your project like for PR ਜੀ ਜਿੱਦਾਂ job options ਦੇ ਹੁੰਦੇ ਆ do we support as well yeah we support as like we have a collaboration with some agencies you are helping us for the employment for our clients we can refer them to those agencies and they can have their job and then later on like we can proceed with their PR process ਠੀਕ ਹੈ ਜੀ ਹੁਣ ਅੱਗੇ and I want to just tell here two thing like ਕਿ ਕਿਊਬਿਕ ਨੇ ਦੋ ਆਪਣੇ ਪਾਇਲਟ ਪ੍ਰੋਜੈਕਟ ਹੋਰ ਅਨਾਉਂਸ ਕੀਤੇ ਨੇ ਸੋ ਹਾਲੇ ਤੱਕ ਗਾਈਡਲਾਈਨਸ ਨਹੀਂ ਆਈਆਂ ਮੇਬੀ ਵਿਦਿਨ 1 ਵੀਕ অর 10 ਡੇਜ਼ ਆ ਜਾਣਗੀਆਂ ਉਹਦੇ ਚ ਦੋ ਪ੍ਰੋਗਰਾਮਸ ਨੇ ਇੱਕ ਇਹਨਾਂ ਨੇ ਰੱਖਿਆ ਹੋਇਆ ਹੈਲਥ ਕੇਅਰ ਵਰਕਰਸ ਦਾ ਜਿਹਦੇ ਵਿੱਚ ਇਹਨਾਂ ਨੇ ਫਿਕਸ ਕਰ ਦਿੱਤਾ ਕਿ ਐਵਰੀ ਈਅਰ ਦੇ ਆਰ ਗੋਇੰਗ ਟੂ ਗੈਟ 550 CSQ to health care workers either they are inside Canada or outside Canada that will be depending upon their profile and 550 CSQ ਇਹਨਾਂ ਨੇ ਜਿਹੜੇ ਰਿਜ਼ਰਵ ਕੀਤੇ ਨੇ ਟੈਕ ਵਰਕਰਸ ਦੇ ਲਈ ਟੈਕ ਵਰਕਰਸ ਜਿਹੜੇ ਆ ਜਾਂਦੇ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਾਲੇ ਤੇ ਆਈਟੀ ਇਨਫੋਰਮੇਸ਼ਨ ਟੈਕਨੋਲੋਜੀ ਵਰਕਰਸ ਜਿਹੜੇ ਉਹਨਾਂ ਵਾਸਤੇ ਸੋ ਜਿੱਦਾਂ ਹੀ ਗਾਈਡਲਾਈਨਸ ਆਉਣਗੀਆਂ ਗਾਇਜ਼ ਵੀ ਗੋਣਾ ਸ਼ੇਅਰ ਵਿਦ ਯੂ ਐਂਡ ਯੂ ਕੈਨ ਪ੍ਰੋਸੀਡ ਅਕੋਰਡਿੰਗਲੀ ਤੇ ਨੈਕਸਟ ਜਿਹੜਾ ਆ ਜੀ ਕਿ ਸਪਾਊਸ ਵਰਕ ਪਰਮਿਟ ਨੂੰ ਲੈ ਕੇ ਅਸੀਂ ਇਹ ਕੁਐਸਚਨ ਵੈਸੇ ਆਨਸਰ ਕਰ ਚੁੱਕੇ ਹਾਂ AEC ਉਹਨਾਂ ਨੇ ਦੱਸਿਆ ਸੀਗਾ ਕਿ अर्ਲੀ ਚਾਈਲਡਹੁੱਡ ਐਜੂਕੇਸ਼ਨ ਦਾ ਜਿਹੜਾ ਪ੍ਰੋਗਰਾਮ ਆ ਉਹ ਪਹਿਲਾਂ AEC ਦੇ ਵਿੱਚ ਮਤਲਬ ਲਾਸਟ PEQ ਲਿਸਟ ਦੇ ਵਿੱਚ ਸੀਗਾ ਉਹਦੇ ਲਈ ਪਹਿਲਾਂ ਐਕਸਪੀਰੀਅੰਸ ਦੀ ਨਹੀਂ ਲੋੜ ਸੀ
ਹੁਣ ਮੇਰੇ ਖਿਆਲ ਨਾਲ ਹੁਣ ਇੱਕ ਸਾਲ ਦੀ। ਹੈਗੀ ਹੁਣ you ਤਾਂ have ਉਹਦੇ 1 against year ਵੀ experience, yeah. ਉਹੀ ਕੁਐਸਚਨ ਦਾ And ਸੀਗਾ। that early childhood experience is also in NOC B level. ਜੀ ਜੀ So, okay, here I'm going to give a free consultation to Ji. those who have done bachelor from back home and then they have done early childhood program in Quebec. If they have experience as a early childhood educator in Quebec, that is NOC B level. ਜੀ After getting 1 year experience, if they want to proceed with express entry, if they have good IELTS score, they can. ਜੀ ਜੀ ਓਕੇ ਕਿਉਂਕਿ ਕੁਛ ਇੱਕ ਲੋਕਾਂ ਨੂੰ ਨਾ ਇਹ ਮਿਸਕਨਸੈਪਸ਼ਨ ਹੈਗੀ ਹੈ ਕਿ ਕਿਊਬਿਕ ਦਾ ਐਕਸਪੀਰੀਅੰਸ ਐਕਸਪ੍ਰੈਸ ਐਂਟਰੀ ਲਈ ਕਾਊਂਟ ਨਹੀਂ ਹੁੰਦਾ ਗਾਇਜ਼ ਕਿਊਬਿਕ ਇਜ਼ ਅ ਪਾਰਟ ਆਫ ਕੈਨੇਡਾ ਬਿਲਕੁਲ। ਐਕਸਪ੍ਰੈਸ ਐਂਟਰੀ ਦੀ ਜਿਹੜੀ ਰਿਕੁਆਇਰਮੈਂਟ ਹੈ ਉਹਦੇ ਚ ਆ ਜਾਂਦਾ ਕੈਨੇਡੀਅਨ ਐਕਸਪੀਰੀਅੰਸ ਜੀ ਠੀਕ ਹੈ ਸੋ ਤੁਹਾਡਾ ਕਿਊਬਿਕ ਦਾ ਐਕਸਪੀਰੀਅੰਸ ਐਜ਼ ਅ ਕੈਨੇਡੀਅਨ ਐਕਸਪੀਰੀਅੰਸ ਐਕਸਪ੍ਰੈਸ ਐਂਟਰੀ ਦੇ ਵਿੱਚ ਕਾਊਂਟ ਹੋਏਗਾ but we have to give a strong intention that we're gonna not live in Quebec and we are interested to move in another any other province. province as well. Either we have to show our ties to another province or our future job prospect or our business plan. ਬਿਲਕੁਲ। Anything can be. ਪੀਆਰ ਦਾ ਕੀ ਸਕੋਪ ਆ ਅਮਨ ਬਾਟ ਪੁੱਛ ਰਹੇ ਨੇ। So trucking ਦੇ ਵਿੱਚ ਜਿਹੜਾ PR ਦਾ scope, just 1 second, there is a call here. ਮੇਰੇ ਖਿਆਲ ਨਾਲ ਉਹਦੇ ਹਾਂਜੀ ਡਿਕਲਾਈਨ Yeah. ਸੋ ਟਰੈਕਿੰਗ ਦੇ ਵਿੱਚ ਕੀ ਸਕੋਪ ਆ? ਟਰੱਕਿੰਗ ਦੇ ਵਿੱਚ ਜਿਹੜਾ ਸਕੋਪ ਹੈਗਾ ਸਾਡੇ ਕੋਲ we can go for ਮੇਰੇ ਖਿਆਲ ਨਾਲ different provinces. Yeah, ਹਾਂਜੀ। no, it's done. So different provinces ਦੇ ਵਿੱਚ ਹੈਗੇ ਸਾਡੇ ਕੋਲ ਪ੍ਰੋਗਰਾਮ ਨਿਊ ਬ੍ਰੰਸਵਿਕ ਦੇ ਵਿੱਚ ਹੈਗਾ ਟਰੱਕਿੰਗ ਦਾ ਨੋਵਾ ਸਕੋਸ਼ੀਆ ਚ ਵੀ ਹੈਗਾ ਸਸਕੈਚੁਆਨ ਚ ਵੀ ਜੀ। ਹੈਗਾ ਯੂਕੌਨ ਟੈਰੀਟਰੀ ਦੇ ਵਿੱਚ ਹੈਗਾ ਟਰੱਕਿੰਗ ਦੇ ਬੇਸ ਤੇ ਕ੍ਰਿਟੀਕਲ ਵਰਕਰਸ ਦੇ ਵਿੱਚ ਆ ਹਾਂਜੀ। ਜਾਂਦੀ ਹੈ ਦੈਨ ਓਟਾਰੀਓ ਦਾ ਹੈਗਾ OANP ਪ੍ਰੋਗਰਾਮ ਜਿਹਦੇ ਵਿੱਚ ਟਰੱਕਿੰਗ ਦੇ ਵਿੱਚ 9 ਮੰਥ ਦੇ ਐਕਸਪੀਰੀਅੰਸ ਤੋਂ ਬਾਅਦ ਆਪਾਂ PR ਲੈ ਸਕਦੇ ਹਾਂ ਸੋ ਜੇ ਕੋਈ ਇੱਥੇ ਟਰੱਕਿੰਗ ਓਕੇ ਟਰੱਕਿੰਗ ਕੈਨ ਯੂ ਐਕਸਪਲੇਨ ਅਸ ਟਰੱਕਿੰਗ ਦਾ ਪ੍ਰੋਗਰਾਮ ਹੈ ਕੀ ਆ ਇੱਥੇ ਕਿੱਦਾਂ ਚੱਲਦਾ? different provinces the different ਮਤਲਬ ਕਿ requirements. ਕੋਈ ਡਾਇਰੈਕਟਲੀ ਜਿਹਨੇ ਟਰੱਕਿੰਗ ਦੇ ਇੱਥੇ ਵਰਕ ਪਰਮਿਟ ਲੈ ਕੇ ਆਉਂਦੇ ਉਹਨਾਂ ਦੇ ਹੀ ਆ ਜਾਂ ਇੱਥੇ ਜਿਹੜੇ ਸਟੂਡੈਂਟਸ ਨੇ ਉਹ ਟਰੱਕਿੰਗ ਦੀ ਜੌਬ ਪਿਕ ਕਿਉਂਕਿ ਕਰ ਦੇਖੋ ਲੈਂਦੇ ਆ ਤਾਂ ਕੁਝ ਹਰ ਪ੍ਰੋਵਿੰਸ ਦਾ ਆਪਣਾ ਆਪਣਾ ਪੁਆਇੰਟ ਸਿਸਟਮ ਹੈ ਜੀ ਜੀ ਠੀਕ ਹੈ ਨਾ ਫॉर ਐਗਜ਼ਾਮਪਲ ਲੈਟਸ ਸੇ ਕੋਈ ਓਨਟਾਰੀਓ ਚ ਯਾਰ ਓਨਟਾਰੀਓ ਦੇ ਵਿੱਚ ਕੋਈ ਸਟੂਡੈਂਟ ਹੈ ਉਹਦੇ ਕੋਲ ਆਇਲਸ ਦਾ ਸਕੋਰ ਵੀ ਹੈ ਠੀਕ ਹੈ ਉਹ ਐਜ਼ ਅ ਟਰੱਕ ਡਰਾਈਵਰ ਕੰਮ ਕਰਦਾ ਪਿਆ ਕਿਸੇ ਕੰਪਨੀ ਦੇ ਨਾਲ ਔਨ ਹਾਂਜੀ। ਪੇਰੋਲ ਔਨ ਪੇਰੋਲ ਆਫ ਕੋਰਸ ਠੀਕ ਹੈ ਨਾਟ ਔਨ ਐਜ਼ ਐਨ ਓਨਰ ਆਪਰੇਟਰ ਔਨ ਠੀਕ ਹੈ। ਪੇਰੋਲ and if they have enough score they are eligible they can go they can ਅੱਛਾ proceed ਟਰੱਕਿੰਗ ਦੇ ਵਿੱਚ ਕਰਕੇ ਵੀ ਉਹ ਫਾਈਲ ਲਾ ਸਕਦੇ yes we can do that ਤੇ we are Quebec ਦੇ dealing ਵਿੱਚ with all those kind of applications ਕਿਊਬੈਕ ਦੇ ਵਿੱਚ ਕੋਈ no ਆਪਸ਼ਨ ਹੈ cubic ਦੇ ਵਿੱਚ ਫ੍ਰੈਂਚ ਤੋਂ ਬਿਨਾਂ ਇਸ ਟਾਈਮ ਦੇ ਤੇ I don't say ਮਤਲਬ ਜੇ ਫ੍ਰੈਂਚ ਕਰ ਲੈਂਦੇ ਆ ਜਾਂ ਫ੍ਰੈਂਚ ਕੀਤੀ ਹੋਈ ਆ ਤੇ ਉਹ ਜੌਬ ਟਰੱਕਿੰਗ ਫੀਲਡ ਵਿੱਚ ਕਰਦੇ ਨੇ then do you think so they have as a skills? student ਹਾਂਜੀ ਸਟੂਡੈਂਟ ਸਟੱਡੀ ਤੋਂ ਬਾਅਦ okay for example there is a student who has done +2 after +2 they have done 2-year Of program. program in Canada and they on post graduation work permit they are having 1 year experience as a truck driver ਜੀ okay even though he is having a validated job offer I think ਜਿਹੜੇ cubic ਦੇ student ਨੇ ਉਹ ਉਹਨਾਂ ਨੂੰ ਪਤਾ ਹੈ ਕਿ validated job offer ਕੀ ਹੁੰਦੀ ਹੈ ਜੀ so ਜੇ ਉਹਨਾਂ ਦੇ ਕੋਲ ਹੈਗੀ ਹੈ still they are not going to get invitation in ARIMA as long as they don't have French language ਜੀ ਬਿਲਕੁਲ so with job validation with French if they are applying under ARIMA they can get invitation ਜੀ so in ARIMA the processing time to get invitation is almost 3 to 6 months ਜੀ once you have your invitation the application will move to Mo Project Quebec and there is another 6-month processing time process so if you got your CSQ in 6 months so total we can say like it's 1 year ਜੀ and then for federal it's almost 20 to 24 months okay so yeah it like it's mentioned on the website it's 18 months but normally cases are taking longer so it's I have seen like so many my cases they are finalizing in 20 to 22 months so it totally ਬਿਲਕੁਲ ਇੱਕ ਹੋਰ ਕੁਐਸਚਨ ਆਇਆ ਸੀਏਕਿਊ ਕਿੰਨੇ ਟਾਈਮ ਚ ਆ ਰਹੇ ਨੇ ਅੱਜ ਕੱਲ CAQs ਨੂੰ ਵੱਧ ਟਾਈਮ ਲੱਗਦਾ ਪਿਆ ਗਾਇਸ ਬਿਲਕੁਲ। ਇਸ ਟਾਈਮ ਦੇ ਤੇ 3 ਮੰਥ ਵੀ ਸਾਡੇ ਲੱਗੇ। ਕੁਝ ਕੇਸਸ ਨੇ ਜਿਹੜੇ ਫੈਬਰੂਰੀ ਦੇ ਅਪਲਾਈਡ ਨੇ ਬਟ ਸਟਿਲ ਵੀ ਆਰ ਵੇਟਿੰਗ ਫॉर ਬਟ ਇਹ ਹੈ ਕਿ ਅਪਰੂਵਲਸ ਆ ਰਹੀਆਂ ਸੋ ਦੈਟਸ ਨਾਟ ਅ ਬੜੀ suggestion for presentation in filing especially who got ਕੋਈ ਟਿਪਸ ਦੇਣਾ ਚਾਹੋਗੇ ਜਿਹੜੇ ਬੱਚੇ 5.5 ਦੇ ਨੇ ਤੇ ਫਾਈਲਿੰਗ ਕਰਦੇ ਨੇ ਕੁਝ ਇੱਕ ਅੱਧੀ ਚੀਜ਼ ਤੁਸੀਂ ਦੱਸਣਾ so ਚਾਹੋਗੇ they can contact us by email they can share their profile we can guide them ਠੀਕ ਹੈ ਜੀ
ਬਟ ਇੱਕ ਟਿਪ ਤਾਂ ਤੁਸੀਂ ਜ਼ਰੂਰ ਦੇ ਸਕਦੇ ਹੋ, ਇਦਾਂ ਹੁਣ ਇਦਾਂ ਨਹੀਂ ਹੋ ਸਕਦਾ ਕਿ ਉਹਨੇ ਮੰਗੀ ਹੈ ਟਿਪ ਤੇ ਟਿਪ ਨਾ ਦਿੱਤੀ ਜਾਵੇ। ਕੋਈ ਵੀ ਇੱਕ ਚੀਜ਼ ਦੱਸੋਗੇ ਇਸ ਚੀਜ਼ ਦਾ ਖਿਆਲ ਰੱਖਣ। Okay, ਜੇ ਉਹਨਾਂ ਦੇ 5.5 ਨੇ, they should go to their plus 2 DMC and they should say what is the minimum score of their English language. True, it's ਠੀਕ ਹੈ ਨਾ, important. ਜੇ ਉਹਨਾਂ ਦੀ ਉੱਥੇ ਇੰਗਲਿਸ਼ ਦੇ ਵਿੱਚ ਮਾਰਕਸ ਵਧੀਆ ਨੇ, let's say 60, 65, 70, and they can strongly mention in their aspect that they are having a good English language, but because of some reason he or she could not perform well in only one minute. Officer consider they are also human beings. When we give them the genuine reason, they consider. But if for example you have 35 marks, ਤੁਹਾਡੇ ਉੱਤਰ ਵੀ ਹੈ ਨਹੀਂ ਉਹ ਪੱਲੇ ਪਾਸੇ ਉਹਦੀਆਂ ਤਾਂ ਫਿਰ ਤਾਂ ਔਖਾ ਹੈ। then it's hard. ਬਿਲਕੁਲ। ਮਾਈਕਰੋ ਕੰਪਿਊਟਰਸ ਨੂੰ ਲੈ ਕੇ ਕੁਐਸਚਨ ਹੈ ਸਰ, ਮਾਈਕਰੋ ਕੰਪਿਊਟਰਸ ਤੇ ਨੈਟਵਰਕਿੰਗ ਕੋਰਸ ਟੈਕਨੀਕਲ ਫੀਲਡ ਅਕਾਊਂਟ ਹੁੰਦਾ ਹੈ, ਮਤਲਬ ਟੈਕਨੀਕਲ ਫੀਲਡ ਚ ਮੰਨਿਆ ਜਾਂਦਾ ਮਾਈਕਰੋ ਕੰਪਿਊਟਰ ਤੇ ਨੈਟਵਰਕਿੰਗ ਕੋਰਸ, ਮਤਲਬ ਆਈਟੀ ਨਾਲ ਰਿਲੇਟਡ ਮੇਰੇ IT ਖਿਆਲ ਨਾਲ related ਹੈ, yeah. ਹਾਂਜੀ। ਸੋ ਆਈ ਥਿੰਕ ਹੁਣ ਉਹ ਸਾਨੂੰ ਵੇਟ ਕਰਨਾ ਪੈਣਾ ਆਬਵੀਅਸਲੀ ਕਿ ਕਦੋਂ ਨਵੀਆਂ ਇਨਫੋਰਮੇਸ਼ਨ guidelines. ਉਹਦੇ ਤੇ ਗਾਈਡਲਾਈਨਸ ਆਉਂਦੀਆਂ, ਸੋ ਅਕੋਰਡਿੰਗਲੀ ਵੀ ਕੈਨ ਮੂਵ ਫਾਰਵਰਡ ਵਿਦ ਦੈਟ। ਤੇ LEA program also tell us about eligibility. LEA program ਕਿਹੜਾ ਹੈ ਜੀ? ਮੈਨੂੰ LEA ਬਾਰੇ ਮੈਨੂੰ ਵੀ ਨਹੀਂ ਪਰਸਨਲੀ ਸਮਝ ਲੱਗਾ ਕੁਐਸਚਨ ਇਹਨਾਂ ਦਾ। I did not understand the question what they have. ਇੱਕ ਕੁਐਸਚਨ ਹੁੰਦਾ ਕਿ ਫਲਾਨਾ ਕੋਰਸ ਈਜ਼ੀ ਹੈ ਜਾਂ ਹਾਰਡ, ਇਹ ਤਾਂ ਸਭ ਤੋਂ ਲਾਈਕ ਕਾਊਂਟਿੰਗ ਈਜ਼ੀ ਹੈ ਜਾਂ ਹਾਰਡ, ਹੂ ਕੈਨ ਟੈਲ ਦਾ? ਨਹੀਂ, ਇੱਕ LEA ਜਿਹੜਾ ਨਾ ਇੱਕ ਇਹਨਾਂ ਦੀ ਟਰਮੀਨੋਲੋਜੀ ਹੈ, so they have to send us like a question ਕਿ ਕਿਸ ਪ੍ਰੋਗਰਾਮ ਦੀ ਗੱਲ ਕਰਦੇ ਪਏ, then we can ਠੀਕ ਹੈ ਜੀ। I'm having admission in sustainable architecture in Herzing College, but had my application in Concordia for masters in construction management. Please comment on pros and cons. ਮੈਨੂੰ ਗੱਲ ਨਹੀਂ ਸਮਝ ਲੱਗੀ ਪਾਰਥ ਵਾਸੂ ਦੀ। The thing is that ਕਿ I think a student ਕੈਨੇਡਾ ਚ enter ਕੀਤਾ ਸੀ ਕੰਕੋਡੀਆ ਦੇ ਵਿੱਚ for master and then he switched to Herzing College. That is normally student ਹੈ ਨਾ ਇੱਥੇ ਕਰਦੇ ਨੇ। So there is no pros and cons as long as he's completing his studies in a good manner, he's passed everything, he gonna get work permit. ਕੋਈ ਚੱਕਰ ਨਹੀਂ ਵੀਰ, ਇੰਜੋਏ ਕਰੋ। ਤੇ what's the scope of trucking and professor? ਮੈਨੂੰ ਸਮਝ ਨਹੀਂ ਲੱਗੀ ਵੀ ਟਰਕਿੰਗ ਐਂਡ ਪ੍ਰੋਫੈਸਰ ਕੀ ਆ। I think they have written trucking profession, so it's Achha a ji. typo mistake that Achha, is achha, achha. came theek as hai, a trucking and professor. ठीक है। What are the chances? Questions बहुत fast जानते ने, but accounting and business management course are eligible for PR under AEC. ਜਿਵੇਂ ਅਸੀਂ ਮੇਰੇ ਖਿਆਲ ਤੁਸੀਂ ਹੁਣੀ ਮੈਂਸ਼ਨ ਕੀਤਾ ਕਿ AEC ਦਾ ਕੋਈ ਚੇਂਜ ਨਹੀਂ ਆਇਆ, ਕੋਈ ਹਾਲੀ ਚੇਂਜਸ ਨਹੀਂ ਆਏ, so we have it to is wait for the eligible ਵਿੱਚ ਕੋਈ guidelines. ਨਹੀਂ। After MBA finance and marketing, financial services and financial security advisor course ਠੀਕ ਹੈ ਜੀ ਸਿਜਲ ਦੇ ਹਾਂਜੀ। ਵਿੱਚ? Yeah, that's good. ਠੀਕ ਹੈ ਜੀ। That's good. ਤੇ ਬਾਕੀ ਫਾਸਟ ਟਰੈਕ ਕੁਐਸਚਨਸ ਆ ਰਹੇ ਨੇ। ਹਾਊ ਕੈਨ ਗਵਰਨਮੈਂਟ ਪੇ ਫॉर ਫ੍ਰੈਂਚ ਐਂਡ ਟੋਟਲ ਡਿਊਰੇਸ਼ਨ ਫਰਾਂਸ? ਫ੍ਰੈਂਚ ਲਈ ਕਿਵੇਂ ਪੇ ਕਰਦੀ ਹੈ? ਵਾਟਸ ਦਾ ਪ੍ਰੋਸੈਸ, ਹਾਊ ਡੂ ਦੇ ਪੇ? They are ਮੇਰਾ paying ਚੈੱਕ by ਰੈਗੂਲਰ ਚੈੱਕ ਆਉਂਦਾ regular ਜਾਂ check or direct deposit. ਡਿਪੋਜ਼ਿਟ ਵੀ ਆਉਂਦਾ। ਤੇ ਫੈਸ਼ਨ ਮਾਰਕੀਟਿੰਗ ਇਨ ਲਸਾਲ, ਗੁੱਡ ਔਰ ਬੈਡ? Depending upon your profile. ਪ੍ਰੋਫਾਈਲ, ਜਾਂ ਆਬਵੀਅਸਲੀ ਕਿ ਤੁਹਾਡਾ ਕੀ ਪ੍ਰੋਸੈਸ ਆ ਪਿਛਲਾ। Is there any age limit to take admission in Montreal? No, there is no any age limit. We can get the cases even till the age of 45, and that got successful. क्या बात है, that's worth clapping। 45 years ਤੱਕ ਦੇ ਤੁਸੀਂ ਜੇ ਤੁਹਾਡੀ ਏਜ ਆ ਤੇ ਤੁਸੀਂ ਆ ਸਕਦੇ ਹੋ ਐਜ਼ ਅ ਸਟੂਡੈਂਟ, there is no As long as ਜਿਵੇਂ your ਤੁਸੀਂ ਸਹੀ profile ਤਰ੍ਹਾਂ is strong, yeah. ਦੱਸ ਦਿਓ ਕਿ ਯਾਰ ਤੁਸੀਂ ਇਸ ਏਜ ਚ ਕਿਉਂ ਆ ਰਹੇ ਹੋ ਜਾਂ what's your entire thing। ਤੇ ਉਹ ਇਹ ਹੈ ਯਾਰ ਕਿ ਤੁਸੀਂ it is always worth to consult a right person ਜਿਹੜਾ ਤੁਹਾਨੂੰ ਗਾਈਡ ਕਰੇ, ਕਿਉਂਕਿ ਖੱਜਲ ਹੋਣ ਨਾਲੋਂ ਪੈਸੇ ਖਰਾਬ ਕਰਨ ਨਾਲੋਂ ਥੋੜੇ ਪੈਸੇ ਲਾ ਦੇਣੇ is always good। Like ਮੇਰਾ personal view ਹੁੰਦਾ, because that's how I see it। ਜੇ ਮੈਨੂੰ ਕਿਸੇ ਲੋੜ ਆ then I always take a help of a professional ਜਿਹਨੂੰ ਉਸ ਚੀਜ਼ ਦੀ knowledge ਆ, rather than ਫਿਰ ਮੁੜ ਕੇ ਡਬਲ ਪੈਸੇ ਖਰਾਬ ਕਰਨ ਦੀ ਜਾਂ ਫਿਰ ਤੁਸੀਂ ਗਲਤ ਚੋਇਸਸ ਕਰ ਲੈਣਾ then you suffer। Yeah, the reason we are live now because before ਸਾਰਿਆਂ ਨੂੰ ਪਤਾ ਕਿ ਅਸੀਂ ਕਦੀ ਵੀ live ਕਦੀ ਵੀ social media ਜੀ, ਨਹੀਂ ਯੂਜ਼ ਕੀਤਾ, ਕਿਉਂਕਿ ਮੇਰੇ ਕੋਲ ਕੇਸਸ ਇਦਾਂ ਦੇ ਆ ਰਹੇ ਜਦੋਂ ਉਹਨਾਂ ਨੂੰ ਪੁੱਛੀਦਾ ਹਾਂਜੀ ਤੁਸੀਂ ਪਹਿਲਾਂ ਕਿਉਂ ਨਹੀਂ ਆਏ, ਮੈਮ ਸਾਨੂੰ ਪਤਾ ਨਹੀਂ ਸੀ ਤੁਸੀਂ ਇੱਥੇ ਹੈਗੇ ਆ, ਸਾਨੂੰ ਕਿਸੇ ਨੇ ਦੱਸਿਆ ਨਹੀਂ, ਕਿਸੇ ਨੇ ਗਾਈਡ ਨਹੀਂ ਕੀਤਾ, ਮੇਬੀ ਪਹਿਲਾਂ ਆ ਜਾਂਦੇ ਆ ਪ੍ਰੋਬਲਮ ਨਾ ਹੁੰਦੀ। So at least we want to let you know that we are here to help ਜੀ you, ਬਿਲਕੁਲ। to serve you, as long as like your case is genuine and your intentions are good, we are here to help you। ਬਿਲकुल। पुष्पिंदर पूछे सर क्यूबेक्स प्राइवेट कॉलेज दूसरे
ਜਿੱਦਾਂ ਇੱਥੋਂ ਪੜ੍ਹ ਕੇ ਦੂਸਰੀਆਂ ਜਿਹੜੀਆਂ ਪ੍ਰੋਵਿੰਸਿਸ ਦੀ ਪੀਐਨਪੀ ਹੁੰਦੀ ਆ ਉਹਦੇ ਲਈ ਐਲੀਜੀਬਲ ਹੁੰਦੇ ਨੇ ਹਾਂਜੀ they are- ਬਿਲਕੁਲ ਸੋ they are taking ਤੁਸੀਂ classes. ਬਿਲਕੁਲ ਐਲੀਜੀਬਲ ਹੋ ਹੋਰ ਕੀ ਯੂ نو ਕਿਹੋ ਜਿਹੇ ਜ਼ਿਆਦਾਤਰ ਤੁਹਾਡੇ ਕੋਲ ਕੇਸਿਸ ਹੁੰਦੇ ਨੇ ਕਿੱਦਾਂ ਕਿੱਦਾਂ ਦੇ ਕੇਸਿਸ ਤੁਸੀਂ ਹੈਂਡਲ ਕਰਦੇ ਹੋ ਜਾਂ ਫਿਰ ਜਿਹੜੇ ਵੀ ਸਾਡੇ ਦੋਸਤਾਂ ਨੂੰ ਕੰਟੈਕਟ ਕਰਨਾ ਚਾਹੁੰਦੇ ਨੇ ਕਿਹੜੀਆਂ ਕਿਹੜੀਆਂ ਸਰਵਿਸਿਜ਼ ਲਈ ਕੰਟੈਕਟ ਕਰ ਸਕਦੇ ਹੋ They can call us for any kind of immigration services, for CAQ, CSQ, for study permit, work permit, visitor visa, and PR inside Canada in any program. We are dealing with each and every program. We have our own YouTube channel, Canward जी. Visa, so everyone can subscribe Contact that us, and बिल्कुल. contact because बिल्कुल. we are making videos for Consistent each and videos, yeah. every program. program So we are going to launch a video very soon on the difference between general and SDS program. So what should we take care when we are submitting a file? So what are the requirements? So sometimes you know, like students know that we can do it by ourselves, but they need a little bit guidance. So we obviously. are guiding on our YouTube videos like how to do the things. So they can ਬਿਲਕੁਲ watch ਜੇ those ਤੁਹਾਨੂੰ videos. ਐਗਜ਼ੈਕਟਲੀ ਇਹੋ ਜਿਹੀ ਇਨਫੋਰਮੇਸ਼ਨ ਚਾਹੀਦੀ ਤੁਸੀਂ ਜਸਵਿੰਦਰ ਜੀ ਉਹਨਾਂ ਦੇ ਅਫੀਸ਼ੀਅਲ YouTube ਚੈਨਲ ਕੈਨਵਲ ਵੀਜ਼ਾ ਇਮੀਗ੍ਰੇਸ਼ਨ ਦੇ ਨਾਮ ਤੇ ਚੈਨਲ ਆ ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਤੁਹਾਨੂੰ ਕੰਸਿਸਟੈਂਟਲੀ ਵੀਡੀਓਜ਼ ਮਿਲਦੀਆਂ ਰਹਿਣਗੀਆਂ ਐਂਡ ਯੂ ਕੈਨ ਆਲਵੇਸ ਸਬਸਕ੍ਰਾਈਬ ਟੂ ਇਟ ਠੀਕ ਹੈ ਜੀ ਸੋ ਇਸੇ ਨਾਲ ਯੂ نو ਮੇਰੇ ਖਿਆਲ ਨਾਲ the only last question I have is like what are the options ਕੀ ਰਹਿ ਜਾਂਦੇ ਨੇ ਵਿਦਆਊਟ ਫ੍ਰੈਂਚ ਕੀ ਆਪਸ਼ਨਸ ਬਚ ਜਾਂਦੇ ਨੇ ਜੇ ਕੋਈ ਇੱਥੇ ਪੜ੍ਹਦਾ ਹੈ Inside Quebec without French there is nothing. ਅੱਛਾ ਜੀ ਉਹਨਾਂ ਨੇ ਸਾਰੇ ਕੇਸਿਸ ਚ ਫ੍ਰੈਂਚ ਕਰ Even ਦਿੱਤੀ though I told you that even though you have a job validation and if you don't have French, like if you are +2, ਨਹੀਂ ਬਟ ਇਫ if someone there is is a graduate masters or masters ਹਾਂਜੀ and if they have job validation, then still they need at least B1 level of French. something is needed in something French they need in French ਬਿਲਕੁਲ because the priority of the Quebec government is to like promote Promote their French. French. True. As we know that this is a ਸ਼ੁਰੂ ਤੋਂ French ਹੀ province ਇਹਨਾਂ ਦਾ ਸ਼ੁਰੂ ਤੋਂ ਹੀ ਰਿਹਾ ਕਿ ਇਹ ਰਾਈਟ ਨਾਓ ਫ੍ਰੈਂਚ ਨੂੰ ਪ੍ਰਮੋਟ ਕਰਨਾ ਚਾਹੁੰਦੇ ਨੇ ਤੇ ਜਿਹੜੀਆਂ ਇਹਨਾਂ ਨੇ ਪੀਕਿਊ ਦੇ ਵਿੱਚ ਚੇਂਜਸ ਵੀ ਕੀਤੀਆਂ ਨੇ ਉਹਦਾ ਰੀਜ਼ਨ ਵੀ ਇਹੀ ਹੈ ਕਿ ਮੋਸਟ ਆਫ ਦਾ ਸਟੂਡੈਂਟ ਫਟਾਫਟ B2 ਕਰਕੇ ਲਿਸਨਿੰਗ ਸਪੀਕਿੰਗ ਕਰਕੇ ਉਹਦੇ ਲਈ ਐਲੀਜੀਬਲ ਹੋ ਜਾਂਦੇ ਸੀ ਠੀਕ ਹੈ ਰਾਈਟ ਨਾਓ ਇਹਨਾਂ ਨੇ ਇਸ ਕਰਕੇ ਕੀਤੀਆਂ ਤਾਂ ਕਿ ਦੇਖੋ, ਸਟੂਡੈਂਟ ਕਾਫੀ- ਅਰੀਮਾ ਨੂੰ ਪ੍ਰੈਫਰ ਕਰਨ ਰਾਦਰ ਜੀ। ਦੈਨ ਕਿ ਪੀਕਿਊ ਦੇ ਵਿੱਚ ਜਾਣ ਉਹ ਅਰੀਮਾ ਨੂੰ ਵੀ ਪ੍ਰੈਫਰ ਕਰਨ ਤੇ ਅਰੀਮਾ ਦੇ ਵਿੱਚ ਵੀ ਉਹ ਨਵੇਂ ਸਟੂਡੈਂਟਸ ਨੂੰ ਲੈ ਸਕਣ ਬਿਲਕੁਲ ਠੀਕ ਹੈ ਜੀ ਸੋ ਆਈ ਥਿੰਕ ਅੱਜ ਦੀ ਲਾਈਵ ਦੇ ਵਿੱਚ ਵੀ ਹੈਵ ਆਨਸਰਡ ਜਿੰਨੇ ਵੀ ਹੋ ਸਕਦੇ ਸੀ ਕੁਐਸਚਨ ਜਾਂ ਬਾਕੀ ਤੇ ਮੈਂ ਤਾਂ ਕੁਛ- ਦੱਸਿਆ ਹੈ ਕਿ ਜੇ ਕਿਸੇ ਨੂੰ ਕੋਈ ਪਰਸਨਲ ਕੁਐਸਚਨ ਹੈ ਦੇ ਕੈਨ ਸੈਂਡ ਅਸ ਐਟ ਆਵਰ ਈਮੇਲ ਈਮੇਲ ਬਿਲਕੁਲ ਜੀ we were ਸੋ happy to ਈਮੇਲ ਅਸੀਂ answer ਡਿਸਕ੍ਰਿਪਸ਼ਨ ਦੇ ਵਿੱਚ ਵੀ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ Yeah. ਸੋ ਜਸਵਿੰਦਰ ਜੀ ਥੈਂਕ ਯੂ ਸੋ ਮਚ ਵਾਂਸ ਅਗੇਨ ਤੁਸੀਂ ਬਹੁਤ ਸਾਰੇ ਕੁਐਸਚਨਸ ਆਨਸਰ ਕੀਤੇ ਐਂਡ ਆਮ So, ਸ਼ੋਰ I will say about Johnny ਕਿ Johnny ਉਹ ਪਰਸਨ ਹੈ ਜਿਹਨੇ ਮੈਨੂੰ ਦੱਸਿਆ ਕਿ ਸੋਸ਼ਲ ਮੀਡੀਆ ਵੀ ਕੋਈ ਚੀਜ਼ ਹੁੰਦਾ ਯੂਜ਼ ਕਰੋ ਬੱਚਿਆਂ ਨੂੰ ਗਾਈਡ ਕਰੋ ਦੇ ਨੀਡ ਬਿਲਕੁਲ ਦਾ ਬਿਲਕੁਲ ਗਾਈਡੈਂਸ ਬਿਲਕੁਲ ਜਿਵੇਂ ਮੈਂ ਪਹਿਲਾਂ ਦੱਸ ਰਿਹਾ ਸੀਗਾ ਐਸ ਸੂਨ ਐਸ ਵੀ ਸਟਾਰਟਡ ਜਿਹਨੂੰ ਤੁਸੀਂ ਹਮੇਸ਼ਾ ਕਿਸੇ ਤੋਂ ਕੁਝ ਸਿੱਖਦੇ ਹੋ ਤੇ ਵਧੀਆ ਲਰਨ ਕਰਦੇ ਹੋ ਐਂਡ ਯੂ نو ਮੈਂ ਪਰਸਨਲੀ ਜਾਣਦਾ ਲਾਈਕ देयर वाज ਅ ਕੇਸ ਆਫ ਸਾਦਿਆ ਐਂਡ ਲਾਈਕ ਸੋ ਲੋਟ ਆਫ ਸਟੂਡੈਂਟਸ ਆਈ ਨੋ ਜਿਨ੍ਹਾਂ ਨੂੰ ਜਸਵਿੰਦਰ ਜੀ ਨੇ ਯੂ نو ਇੱਕ ਜਸਟ ਲਾਈਕ ਇੱਕ ਇਮੀਗ੍ਰੇਸ਼ਨ ਕੰਸਲਟੈਂਟ ਦੇ ਯੂ نو ਕੰਮ ਤੇ ਤੋਂ ਇਵਨ ਬਾਹਰ ਜਾ ਕੇ ਸ਼ੀ ਹੈਜ਼ ਹੈਲਪ ਜੈਨੂਅਲੀ ਬਿਕਾਜ਼ ਪਤਾ ਹੁੰਦਾ ਕਿ ਯਾਰ ਸਟੂਡੈਂਟ ਇੱਥੇ ਆਇਆ ਹੋਇਆ ਬਹੁਤ ਸਾਰੇ ਘਰਦਿਆਂ ਦੇ ਪੈਸੇ ਲੱਗੇ ਹੁੰਦੇ ਆ ਠੀਕ ਆ ਸਾਰਿਆਂ ਤੋਂ ਕੁਝ ਨਾ ਕੁਝ ਮਿਸਟੇਕਸ ਹੋ ਜਾਂਦੀਆਂ one thing or other no one is perfect and this is how the field is right but like she's one of the professional ਜਿਨ੍ਹਾਂ ਨੇ ਆਪਣੇ ਉਸ ਦਾ ਪਰਵਿਊ ਤੋਂ ਬਾਹਰ ਜਾ ਕੇ ਵੀ ਹੈਲਪ ਕੀਤੀ ਕਿ ਚਲ ਯਾਰ ਸਟੂਡੈਂਟ ਦਾ ਨੁਕਸਾਨ ਨਾ ਹੋਵੇ so definitely if you need any services you can always contact her ਤੇ ਇਸੇ ਤਰ੍ਹਾਂ ਮੇਰੇ ਭਰੇ ਹੱਥ ਬਣਾਈ ਰੱਖੋ ਹੱਸਦੇ ਮੁਸਕਰਾਉਂਦੇ ਰਹੋ ਰੱਬ ਰਾਖਾ ਥੈਂਕ ਯੂ